हाँ जी, ਸਵਾਗਤ ਕਰਦੇ ਹਾਂ ਤੁਹਾਡੇ ਹੀ YouTube ਚੈਨਲ ਅਮਨ ਐਜੂਕੇਸ਼ਨ ਦੇ ਉੱਪਰ। ਸੋ ਆਸ ਕਰਦੇ ਹਾਂ, ਉਮੀਦ ਕਰਦੇ ਹਾਂ ਕਿ ਸਾਰੇ ਹੀ ਸਾਥੀ ਠੀਕ ਠਾਕ ਹੋਵੋਗੇ। ਸੋ ਇਸ ਚੈਨਲ ਦੇ ਉੱਪਰ ਆਪਾਂ ਮਾਸਟਰ ਕੇਡਰ SST ਦੀ ਜਿਹੜੀ ਕਲਾਸਿਸ ਨੇ ਉਹ ਸਟਾਰਟ ਕੀਤੀਆਂ ਹੋਈਆਂ ਨੇ। ਸੋ ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਫਿਰ ਹਾਜ਼ਰ ਹੋਏ ਹਾਂ ਤੁਹਾਡੇ ਨਾਲ ਇੱਕ ਨਵਾਂ ਟੌਪਿਕ, ਇੱਕ ਨਵਾਂ ਵਿਸ਼ਾ ਲੈ ਕੇ। ਇਸ ਤੋਂ ਪਹਿਲਾਂ ਆਪਾਂ 2 ਕਲਾਸਿਸ ਨੇ ਜਿਹੜੀਆਂ ਉਹ ਮਾਸਟਰ ਕੇਡਰ SST ਪੋਲੀਟੀਕਲ ਪਾਰਟ ਦੇ ਨਾਲ ਰਿਲੇਟਡ ਪਾ ਚੁੱਕੇ ਹਾਂ, ਜਿਹਦੇ ਵਿੱਚ ਅਸੀਂ ਭਾਗ ਪਹਿਲਾ ਦੇ ਅੰਡਰ ਆਰਟੀਕਲ 1 ਤੋਂ 4 ਅਤੇ ਭਾਗ ਦੂਸਰਾ ਦੇ ਵਿੱਚ ਆਰਟੀਕਲ 5 ਤੋਂ 11 ਦੇ ਵਿੱਚ ਭਾਰਤੀ ਨਾਗਰਿਕਤਾ ਸੰਬੰਧੀ ਜਿਹੜੀ ਗੱਲਬਾਤ ਆਪਾਂ ਉਹ ਕਰ ਚੁੱਕੇ ਹਾਂ। ਸੋ ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਆਪਾਂ ਸੰਵਿਧਾਨ ਦਾ ਭਾਗ ਤੀਜਾ ਅਤੇ ਇਸ ਚੈਨਲ ਦੀ ਕਲਾਸ ਵੀ ਤੀਸਰੀ ਹੀ ਬਣਦੀ ਹੈ। ਸੋ ਇੱਥੇ ਗੱਲ ਕਰਨ ਜਾ ਰਹੇ ਹਾਂ ਅਸੀਂ ਅੱਜ ਭਾਰਤ ਦੇ ਸੰਵਿਧਾਨ ਦੇ ਵਿੱਚ ਜਿਹੜੇ ਸਾਨੂੰ ਮੌਲਿਕ ਅਧਿਕਾਰ ਮਿਲੇ ਹੋਏ ਨੇ ਉਹਨਾਂ ਦੇ ਬਾਰੇ। ਸੋ ਦੇਰੀ ਨਾਲ ਆਉਂਦੇ ਹੋਏ ਸਟਾਰਟ ਕਰਦੇ ਹਾਂ ਆਪਾਂ ਅੱਜ ਦੀ ਕਲਾਸ, ਜਿਹਦੇ ਅੰਡਰ ਸਾਡਾ ਅੱਜ ਦਾ ਟੌਪਿਕ ਆ ਫੰਡਾਮੈਂਟਲ ਰਾਈਟਸ, ਮੌਲਿਕ ਅਧਿਕਾਰ। ਹੁਣ ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਸਾਨੂੰ ਪਤਾ ਹੋਣਾ ਚਾਹੀਦਾ ਕਿ ਬੜਾ ਹੀ ਮਹੱਤਵਪੂਰਨ ਟੌਪਿਕ ਹੈ ਇਹ, ਕਿਉਂਕਿ ਹਰ ਇੱਕ ਐਗਜ਼ਾਮ ਦੇ ਵਿੱਚ, ਹਰ ਇੱਕ ਪੇਪਰ ਦੇ ਵਿੱਚ 2 ਤੋਂ ਲੈ ਕੇ 4 ਤੱਕ ਕੁਐਸਚਨ ਨੇ ਜਿਹੜੇ ਉਹ ਮੌਲਿਕ ਅਧਿਕਾਰਾਂ ਦੇ ਨਾਲ ਰਿਲੇਟਡ ਹੀ ਪੁੱਛੇ ਜਾਂਦੇ ਨੇ। ਕਿਸੇ ਵੀ ਪੇਪਰ ਨੂੰ ਤੁਸੀਂ, ਚਾਹੇ ਮਾਸਟਰ ਕੇਡਰ ਦੇ ਪੁਰਾਣੇ ਪੇਪਰਾਂ ਦੀ ਗੱਲ ਕਰ ਲਈਏ, ਚਾਹੇ ਕਿਸੇ ਹੋਰ ਐਗਜ਼ਾਮ ਦੀ ਗੱਲ ਕਰ ਲਈਏ, ਮਾਸਟਰ ਕੇਡਰ ਦੇ ਵਿੱਚ ਖਾਸ ਕਰਕੇ 2 ਤੋਂ 4 ਕੁਐਸਚਨ ਆ ਜਿਹੜੇ ਇਸੇ ਨਾਲ ਰਿਲੇਟਡ ਜ਼ਰੂਰ ਹੀ ਪੁੱਛੇ ਜਾਂਦੇ ਨੇ। ਸੋ ਆਪਾਂ ਬੜਾ ਧਿਆਨ ਦੇ ਨਾਲ ਇਸ ਨੂੰ ਪੜ੍ਹਾਂਗੇ, ਠੀਕ ਹੈ। ਅਤੇ ਉਮੀਦ ਆਸ ਹੈ ਕਿ ਆਪ ਪਹਿਲਾਂ ਵੀ ਬੜੀ ਤਿਆਰੀ ਸੋਹਣੀ ਜਿਹੜੀ ਉਹ ਕਰ ਰਹੇ ਹੋਵੋਗੇ। ਚਲੋ ਫਿਰ ਵੀ ਕੁਝ ਨਾ ਕੁਝ ਆਪਾਂ ਨੂੰ ਅੱਜ ਜੇਕਰ ਕੁਛ ਨਵਾਂ ਪੁਆਇੰਟ ਹੈ ਜਿਹੜਾ ਹੈ ਨਾ ਅਤੇ ਦੇਖਣ ਨੂੰ ਮਿਲਦਾ ਤਾਂ ਪਲੀਜ਼ ਤੁਸੀਂ ਨੋਟ ਡਾਊਨ ਜ਼ਰੂਰ ਕਰੀ ਜਾਇਓ, ਆਪਣਾ ਨੋਟਸ ਵਗੈਰਾ ਜ਼ਰੂਰ ਬਣਾਇਓ, ਠੀਕ ਹੈ। ਕੁਛ ਨਵਾਂ ਜੇਕਰ ਲੱਗਦਾ ਗਾ ਵੀ ਇਸ ਕਲਾਸ 'ਚੋਂ ਤੁਹਾਨੂੰ ਕੁਝ ਨਵੀਂ ਗੱਲ ਦੇਖਣ ਨੂੰ ਮਿਲੀ ਹੈ ਤਾਂ ਮੈਂ ਕਲਾਸ ਬਣਾਉਣ ਦਾ ਫਿਰ ਆਪਣੇ ਆਪ ਨੂੰ ਸਫਲ ਮੰਨਾਂਗਾ ਅਤੇ ਆਪਣੇ ਸਾਰਿਆਂ ਦੀ ਕੁਛ ਨਾ ਕੁਛ ਸਿੱਖਣ ਨੂੰ ਮਿਲੇ। ਸੋ ਹੁਣ ਦੇਖੋ, ਸਾਡੇ ਕੋਲ ਇੱਕ ਕੁਐਸਚਨ ਬਣ ਜਾਂਦਾ ਗਾ, ਪਹਿਲਿਆਂ ਦੇ ਵਿੱਚ ਹੀ ਬਣ ਜਾਂਦਾ, ਜਿਵੇਂ ਮੌਲਿਕ ਅਧਿਕਾਰ ਭਾਗ 3 ਆਰਟੀਕਲ 12 ਤੋਂ 35। ਹੁਣ ਸਾਡੇ ਕੋਲ ਇੱਥੇ ਕਈ ਕੁਐਸਚਨ ਬਣ ਜਾਂਦੇ ਨੇ, ਜਿਵੇਂ ਮੌਲਿਕ ਅਧਿਕਾਰ ਨੇ ਜਿਹੜੇ ਕਿਹੜੇ ਭਾਗ 'ਚ ਨੇ, ਭਾਗ 3 'ਚ ਨੇ। ਮੌਲਿਕ ਅਧਿਕਾਰ ਕਿਹੜੇ ਆਰਟੀਕਲ 'ਚ ਨੇ, 12 ਤੋਂ 35 'ਚ ਨੇ, ਠੀਕ ਹੈ। ਜਾਂ ਪੇਪਰ ਪਾਉਣ ਵਾਲਾ ਇਹ ਵੀ ਪਾ ਸਕਦਾ, ਜਿਵੇਂ ਵੀ ਮੌਲਿਕ ਅਧਿਕਾਰ ਕਿਹੜੇ ਭਾਗ 'ਚ ਨੇ, ਥੱਲੇ 3, 4, 5 ਜੋ ਵੀ ਲਿਖਿਆ ਜਾ ਸਕਦਾ। ਜਾਂ ਉੱਪਰ ਇਹ ਪਾ ਕੇ ਵੀ ਭਾਗ ਸੰਵਿਧਾਨ ਦੇ ਭਾਗ 3 ਵਿੱਚ ਕੀ ਹੈ, ਮੌਲਿਕ ਕਰਤੱਵ, ਨਿਰਦੇਸ਼ਕ ਸਿਧਾਂਤ, ਅਦਾਲਤ ਅਤੇ ਮੌਲਿਕ ਅਧਿਕਾਰ, ਹੈ ਨਾ। ਇੱਦਾਂ ਆਪਾਂ ਨੂੰ ਪਤਾ, ਮਤਲਬ ਕਿ ਇਸੇ ਕੁਐਸਚਨ ਨੂੰ ਉਹ ਅਪ ਡਾਊਨ, ਉੱਪਰ ਹੇਠਾਂ ਕਰਕੇ ਜਿਹੜੇ ਹਿਸਾਬ ਨਾਲ ਮਰਜ਼ੀ ਪਾ ਸਕਦਾ। ਸਾਨੂੰ ਪਤਾ ਹੋਣੀ ਚਾਹੀਦੀ ਇਹ ਚੀਜ਼। ਸਭ ਤੋਂ ਪਹਿਲਾਂ ਬੇਸ ਇਹਦੀ ਸਟਾਰਟਿੰਗ ਇੱਥੋਂ ਹੀ ਬਣਦੀ ਹੈ ਕਿ ਭਾਗ ਤੀਜੇ ਦੇ ਵਿੱਚ ਨੇ ਆਰਟੀਕਲ 12 ਤੋਂ 35 ਦੇ ਵਿੱਚ। ਕਾਫੀ ਸਾਰੀਆਂ ਬੁੱਕਸ ਦੇ ਵਿੱਚ ਨਾ ਜਿਹੜੇ ਆਰਟੀਕਲ ਨੇ ਸਾਡੇ ਇਹ ਅਤੇ ਮੌਲਿਕ ਅਧਿਕਾਰ ਦੇ ਇਹ 14 ਤੋਂ 35 ਵੀ ਦਿੱਤਾ ਹੋਇਆ, ਠੀਕ ਹੈ। ਪਰ ਜਿਹੜਾ ਰੀਅਲ ਇਹ ਸਹੀ ਹੈ, ਜਿਹੜਾ ਬਿਲਕੁਲ ਅਸਲ ਹੈ ਜਿਹੜਾ, ਉਹ 12 ਤੋਂ 35 ਹੈ, ਠੀਕ। ਇਸ ਗੱਲ ਨੂੰ ਆਪਾਂ ਧਿਆਨ ਦੇ ਵਿੱਚ ਰੱਖਣਾ ਸਾਰਿਆਂ ਨੇ। ਅਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹੈਗੇ ਵੀ ਜਿਹੜੇ ਆਰਟੀਕਲ ਨੇ ਅਸੀਂ ਵੀ ਇਹ ਕਿੱਥੋਂ ਲਏ ਨੇ, ਹੈ ਨਾ, ਕਿਹੜੇ ਦੇਸ਼ ਤੋਂ ਗ੍ਰਹਿਣ ਕੀਤੇ ਆ। ਕਿਉਂਕਿ ਅਸੀਂ ਭਾਰਤੀ ਸੰਵਿਧਾਨ ਦੇ ਵਿੱਚ ਕੀ ਚੀਜ਼ ਹੈ ਵੀ ਕੁਛ ਨਾ ਕੁਛ, ਜਿੰਨੇ ਸਾਡੇ ਲਗਭਗ ਸਿਧਾਂਤ ਨੇ ਉਹ ਕਿਸੇ ਨਾ ਕਿਸੇ ਦੇਸ਼ ਤੋਂ ਲਏ ਨੇ। ਕੁਛ ਅਮਰੀਕਾ ਤੋਂ ਲੈ ਲਿਆ, ਕੁਛ UK ਤੋਂ ਲੈ ਲਿਆ, ਕੋਈ ਥਾਈਲੈਂਡ ਤੋਂ, ਕੁਛ ਹੈ ਨਾ, ਕਿਸੇ ਤਰ੍ਹਾਂ ਕੁਛ ਇਟਲੀ ਤੋਂ, ਕੁਛ ਆਸਟ੍ਰੇਲੀਆ ਤੋਂ, ਕੁਛ ਕੈਨੇਡਾ ਤੋਂ। ਇੱਦਾਂ ਅਸੀਂ ਵੱਖਰੇ ਵੱਖਰੇ ਦਿੱਤਾ, ਕਿਉਂਕਿ ਸਾਡੇ ਸੰਵਿਧਾਨ ਨੂੰ ਜਿਹੜਾ ਮਤਲਬ ਕਿ ਬਹੁਤੇ ਦੇਸ਼ਾਂ ਤੋਂ ਲਿਆ ਗਿਆ ਸੰਵਿਧਾਨ ਕਿਹਾ ਜਾਂਦਾ ਹੈਗਾ। ਇਸੇ ਤਰ੍ਹਾਂ ਹੁਣ ਜਿਹੜੇ ਮੌਲਿਕ ਅਧਿਕਾਰ ਨੇ ਨਾ, ਇਹ ਅਸੀਂ ਯਾਦ ਰੱਖਣੇ ਨੇ, ਇਹ ਅਮਰੀਕਾ ਤੋਂ ਲਏ ਹੋਏ ਨੇ, ਠੀਕ ਹੈ, USA ਤੋਂ, ਠੀਕ ਹੈ। USA ਤੋਂ ਅਸੀਂ ਕਿੱਥੋਂ ਲਏ ਨੇ, ਜੇਕਰ ਤੁਹਾਨੂੰ ਇਹ ਪੁੱਛਿਆ ਜਾਂਦਾ ਵੀ ਇਹ ਅਸੀਂ ਅਧਿਕਾਰ ਨੇ ਜਿਹੜੇ ਮੌਲਿਕ ਅਧਿਕਾਰ ਭਾਰਤੀ ਸੰਵਿਧਾਨ ਦੇ ਵਿੱਚ ਸ਼ਾਮਲ ਕੀਤੇ ਨੇ ਤਾਂ ਕਿੱਥੋਂ ਦੇ ਸੰਵਿਧਾਨ ਤੋਂ ਪ੍ਰਭਾਵਿਤ ਹੋ ਕੇ ਕੀਤੇ ਨੇ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਅਸੀਂ ਅਮਰੀਕਾ ਦੇ ਸੰਵਿਧਾਨ ਤੋਂ ਮਤਲਬ ਕਿ ਪ੍ਰਭਾਵਿਤ ਹੋ ਕੇ ਆਪਣੇ ਸੰਵਿਧਾਨ ਵਿੱਚ ਸ਼ਾਮਲ ਕੀਤੇ ਨੇ। ਹੁਣ ਦੇਖੋ, ਇੱਕ ਹੋਰ ਚੀਜ਼ ਆ, ਤੁਸੀਂ ਪਲੀਜ਼ ਨੋਟ ਡਾਊਨ ਕਰਿਓ ਉਸ ਚੀਜ਼ ਨੂੰ। ਭਾਰਤੀ ਸੰਵਿਧਾਨ ਦਾ ਕਿਹੜਾ ਭਾਗ ਆ ਜਿਹਨੂੰ ਅਸੀਂ ਮੈਗਨਾ ਕਾਰਟਾ ਕਹਿੰਦੇ ਹਾਂ, ਠੀਕ ਹੈ। ਭਾਰਤੀ ਸੰਵਿਧਾਨ ਦਾ ਕਿਹੜਾ ਭਾਗ ਆ ਜਿਹਨੂੰ ਅਸੀਂ ਮੈਗਨਾ ਕਾਰਟਾ ਕਹਿੰਦੇ ਹਾਂ। ਸਾਡਾ ਭਾਗ ਤੀਸਰਾ। ਕਹਿਣ ਦਾ ਮਤਲਬ ਅਸੀਂ ਆਪਣੇ ਮੌਲਿਕ ਅਧਿਕਾਰਾਂ ਨੂੰ ਹੀ ਮੈਗਨਾ ਕਾਰਟਾ ਆਖ ਦਿੰਦੇ ਹੈਗੇ, ਭਾਗ ਤੀਜੇ ਨੂੰ, ਜਿਹੜੇ 12 ਤੋਂ 35 ਦੇ ਅੰਡਰ ਆਉਂਦੇ ਆ। ਹੁਣ ਦੇਖੋ, ਮੈਗਨਾ ਕਾਰਟਾ ਚੀਜ਼ ਕੀ ਹੈ, ਇਹ ਤਾਂ ਸਾਨੂੰ ਲਗਭਗ ਸਭ ਨੂੰ ਪਤਾ ਸੀਗਾ ਵੀ ਤੀਜੇ ਭਾਗ ਨੂੰ ਅਸੀਂ ਮੈਗਨਾ ਕਾਰਟਾ ਕਹਿੰਦੇ ਹਾਂ। ਪਰ ਹੈ ਕੀ, ਕਿਉਂ ਕਹਿੰਦੇ ਹਾਂ, ਹੈ ਨਾ। ਇਸ ਚੀਜ਼ ਨੂੰ ਆਪਾਂ ਥੋੜ੍ਹਾ ਜਿਹਾ ਆਪਣੀ GK ਦੇ ਵਿੱਚ ਵਾਧਾ ਕਰੀਏ। ਹੋ ਸਕਦਾ ਬਹੁਤੇ ਸਾਥੀ ਜਾਣੂ ਹੋਣਗੇ ਇਸ ਚੀਜ਼ ਤੋਂ, ਜੇਕਰ ਕਿਸੇ ਨੂੰ ਨਹੀਂ ਪਤਾ ਤਾਂ ਪਲੀਜ਼ ਨੋਟ ਕਰਿਓ। ਹੁਣ ਦੇਖੋ, ਮੈਗਨਾ ਕਾਰਟਾ ਨਾ, ਜਿਹੜਾ ਮੈਗਨਾ ਕਾਰਟਾ ਇੱਕ ਪੱਤਰ ਆ। ਪੱਤਰ ਕਿਹਦਾ? ਇੰਗਲੈਂਡ ਦਾ, ਠੀਕ ਹੈ, UK ਦੇ ਵਿੱਚ। ਦੇਖੋ, UK ਦਾ ਜਿਹੜਾ ਸੰਵਿਧਾਨ ਆ ਨਾ ਉਹ ਅਣਲਿਖਤੀ ਹੈ, ਰਿਟਨ ਨਹੀਂ ਹੈਗਾ ਉਹਨਾਂ ਦਾ ਸੰਵਿਧਾਨ, ਅਣਲਿਖਤੀ। ਅਤੇ ਵਿਸ਼ਵ ਦੇ ਵਿੱਚ ਲਿਖਤੀ ਰੂਪ ਦੇਣ ਵਾਲਾ, ਮੌਲਿਕ ਅਧਿਕਾਰਾਂ ਨੂੰ ਲਿਖਤੀ ਰੂਪ ਦੇਣ ਵਾਲਾ ਦੇਸ਼ ਆ ਜਿਹੜਾ, ਉਹ UK ਹੈ। UK ਨੇ ਕੀ ਕੀਤਾ ਗਾ, UK ਨੇ 1200
15 ਦੇ ਵਿੱਚ 1215 ਦੇ ਵਿੱਚ ਕੀ ਕੀਤਾ ਗਾ, ਇੱਕ ਪੱਤਰ ਆ ਜਿਹੜਾ ਉਹਦੇ 'ਤੇ ਉੱਥੋਂ ਦੇ ਲੋਕਾਂ ਦੇ ਜਿਹੜੇ ਮੌਲਿਕ ਅਧਿਕਾਰ ਸੀਗੇ ਉਹਨੂੰ ਸ਼ਾਮਲ ਕੀਤਾ। ਅਤੇ ਯੂਕੇ ਦਾ ਜਿਹੜਾ ਸਮਰਾਟ ਸੀਗਾ ਸਮਰਾਟ ਜੌਨ, ਇਹ ਨਾਮ ਤੁਸੀਂ ਨੋਟ ਕਰ ਲਿਓ, ਉਹਨੇ ਆਪਣੇ ਸਿਗਨੇਚਰ ਕੀਤੇ ਨੇ 1215 ਦੇ ਵਿੱਚ। ਯੂਕੇ ਦਾ ਸਮਰਾਟ ਜੌਨ ਇੱਕ ਪੱਤਰ ਦੇ ਉੱਪਰ ਉੱਥੋਂ ਦੇ ਮਤਲਬ ਕਿ ਮੌਲਿਕ ਅਧਿਕਾਰ ਹੈ ਜਿਹੜੇ ਇੰਗਲੈਂਡ ਦੇ ਲੋਕਾਂ ਨੂੰ ਦਿੱਤੇ ਨੇ, ਉਹਦੇ 'ਤੇ ਰਿਟਨ ਰੂਪ ਦੇ ਵਿੱਚ ਲਿਖ ਕੇ ਉਹਨੂੰ ਉਹਦੇ 'ਤੇ ਆਪਣੇ ਸਾਈਨ ਕਰ ਦਿੰਦਾ ਹੈ। ਸੈਕਿੰਡ, ਹੁਣ ਇੱਕ ਗੱਲ ਨੂੰ ਹੋਰ ਸਮਝੋ ਇੱਥੇ, ਅਮਰੀਕਾ ਗਾ ਜਿਹੜਾ ਉਹ ਵਿਸ਼ਵ ਦਾ ਪਹਿਲਾ ਦੇਸ਼ ਆ ਮੌਲਿਕ ਅਧਿਕਾਰਾਂ ਨੂੰ ਆਪਣੇ ਸੰਵਿਧਾਨ 'ਚ ਸ਼ਾਮਲ ਕਰਨ ਵਾਲਾ। ਠੀਕ ਹੈ, ਜਿਹੜਾ ਹੁਣ ਦੇਖੋ ਜਿਹੜਾ ਯੂ ਐਸ ਏ ਨਾ ਉਹ 1751 ਦੇ ਵਿੱਚ ਆਪਣੇ ਸੰਵਿਧਾਨ ਦੇ ਵਿੱਚ ਮੌਲਿਕ ਅਧਿਕਾਰਾਂ ਨੂੰ ਸ਼ਾਮਲ ਕਰਦਾ ਗਾ, ਅਤੇ 1215 ਦੇ ਵਿੱਚ ਆਪਣਾ ਯੂਕੇ ਕਰਦਾ। ਹੁਣ ਤੁਸੀਂ ਇੱਥੇ ਕਨਫਿਊਜ਼ ਨਹੀਂ ਹੋਣਾ, ਇੱਥੇ ਥੋੜ੍ਹਾ ਜਿਹਾ ਸਮਝਣ ਦੀ ਕੋਸ਼ਿਸ਼ ਕਰਿਓ। 1215 'ਚ ਤਾਂ ਆਪਣਾ ਇੰਗਲੈਂਡ ਕਰ ਲੈਂਦਾ ਅਤੇ 1751 ਦੇ ਵਿੱਚ ਯੂ ਐਸ ਏ ਕਰਦਾ, ਅਤੇ ਮੈਂ ਕਹਿ ਰਿਹਾ ਗਾ ਵੀ ਯੂ ਐਸ ਏ ਆ ਜਿਹੜਾ ਉਹ ਪਹਿਲਾ ਦੇਸ਼ ਆ। ਹੁਣ ਇੱਥੇ ਕਨਫਿਊਜ਼ ਨਹੀਂ ਹੋਣਾ, ਕਿਉਂਕਿ ਜਿਹੜਾ ਇੰਗਲੈਂਡ ਆ ਨਾ ਉਹਦੇ ਕੋਲ ਤਾਂ ਆਪਣਾ ਸੰਵਿਧਾਨ ਹੀ ਨਹੀਂ, ਲਿਖਤੀ ਸੰਵਿਧਾਨ ਨਹੀਂ ਹੈਗਾ ਉਹਦੇ ਕੋਲ, ਅਣਲਿਖਤੀ ਹੈ। ਉਹਨੇ ਤਾਂ ਇੱਕ ਪੱਤਰ 'ਤੇ ਮਤਲਬ ਕਿ ਸ਼ਾਮਲ ਕੀਤੇ ਨੇ ਉਹਨੂੰ ਕਾਨੂੰਨੀ ਰੂਪ ਦੇਣ ਵਾਸਤੇ, ਇੱਕ ਪੱਤਰ 'ਤੇ। ਉਹ ਪੱਤਰ ਨੂੰ ਹੀ ਮਤਲਬ ਕਿ ਜਿਹੜਾ ਨਾਂ ਦਿੱਤਾ ਉਹਨਾਂ ਨੇ ਮੈਗਨਾ ਕਾਰਟਾ ਕਹਿਤਾ। ਠੀਕ ਹੈ, ਪਰ ਜਿਹੜਾ ਆਪਣਾ ਯੂ ਐਸ ਏ ਆ ਅਮਰੀਕਾ ਗਾ ਇਹਨਾਂ ਕੋਲ ਆਪਣਾ ਸੰਵਿਧਾਨ ਲਿਖਤੀ ਆ, ਇੱਥੋਂ ਦੇ ਸੰਵਿਧਾਨ ਦੇ ਵਿੱਚ 1751 ਦੇ ਵਿੱਚ ਸ਼ਾਮਲ ਕੀਤੇ ਗਏ ਨੇ। ਇਹ ਗੱਲ ਦਾ ਫਰਕ ਹੈ ਜਿਹੜਾ ਉਹ ਸਮਝਿਓ। ਹੁਣ ਦੇਖੋ ਜੇਕਰ ਤਾਂ ਇੱਦਾਂ ਪੁੱਛਿਆ ਜਾਂਦਾ ਪੇਪਰ ਦੇ ਵਿੱਚ ਵੀ ਮੌਲਿਕ ਅਧਿਕਾਰਾਂ ਨੂੰ ਸਭ ਤੋਂ ਪਹਿਲਾਂ ਕਿਹਨੇ ਪੇਸ਼ ਕੀਤਾ, ਤਾਂ ਅਸੀਂ ਕੀ ਕਹਾਂਗੇ ਯੂਕੇ ਇੰਗਲੈਂਡ। ਜੇਕਰ ਇੱਦਾਂ ਆਉਂਦਾ ਗਾ ਵੀ ਆਪਣੇ ਸੰਵਿਧਾਨ ਦੇ ਵਿੱਚ ਕਿਹਨੇ ਲਿਆਂਦਾ ਗਾ, ਤਾਂ ਫਿਰ ਅਸੀਂ ਆਨਸਰ ਉੱਥੇ ਕੀ ਦੇਵਾਂਗੇ, ਯੂ ਐਸ ਏ। ਉਦੋਂ ਅਸੀਂ ਅਮਰੀਕਾ ਜਿਹੜਾ ਆਨਸਰ ਆ ਉਹ ਟਿਕ ਕਰਾਂਗੇ। ਠੀਕ ਹੈ, ਜੇ ਇੱਦਾਂ ਵੀ ਆ ਜਾਵੇ ਵੀ ਲਿਖਤੀ ਰੂਪ ਕਿਹਨੇ ਦਿੱਤਾ ਪਹਿਲਾਂ, ਤਾਂ ਕਿਹਨੇ ਦਿੱਤਾ, ਉਹ ਵੀ ਅਸੀਂ ਯੂਕੇ ਕਹਾਂਗੇ, ਕਿਉਂਕਿ ਲਿਖਤੀ ਰੂਪ 'ਚ ਹੀ ਦਿੱਤਾ ਸੀ ਨਾ ਉਹ ਪੱਤਰ 'ਤੇ, ਤਾਂ ਉਸੇ ਪੱਤਰ ਨੂੰ ਮੈਗਨਾ ਕਾਰਟਾ ਦਾ ਨਾਂ ਦਿੱਤਾ ਗਾ। ਜੇ ਸੰਵਿਧਾਨ 'ਚ ਪੁੱਛਿਆ ਜਾਂਦਾ ਵੀ ਵਰਲਡ ਦੇ ਵਿੱਚ ਉਸ ਦੇਸ਼ ਦੱਸੋ ਜਾਂ ਉਹ ਸੰਵਿਧਾਨ ਦੱਸੋ ਜਿਹਨੇ ਸਭ ਤੋਂ ਪਹਿਲਾਂ ਮਤਲਬ ਕਿ ਆਪਣੇ ਸੰਵਿਧਾਨ 'ਚ ਸ਼ਾਮਲ ਕੀਤਾ, ਤਾਂ ਫਿਰ ਅਸੀਂ ਯੂ ਐਸ ਏ ਕਹਾਂਗੇ। ਠੀਕ ਹੈ, ਅਤੇ ਉਮੀਦ ਹੈ ਕਿ ਇਸ ਗੱਲ ਨੂੰ ਤੁਸੀਂ ਕਲੀਅਰ ਕਰ ਲਿਆ ਹੋਣਾ, ਸਮਝ ਗਏ ਹੋਵੋਗੇ। ਠੀਕ ਹੈ ਜੀ, ਨੈਕਸਟ ਦੇਖਦੇ ਹਾਂ ਆਪਾਂ ਕੀ ਗੱਲ ਆ ਗਈ। ਨੈਕਸਟ ਹੈਗਾ ਗਾ ਅੱਗੇ ਅਸੀਂ ਹੁਣ ਦੇਖੀਏ ਇਹਨਾਂ ਦੀ ਗਿਣਤੀ ਦੀ ਗੱਲ ਕਰੀਏ। ਹੁਣ ਵੀ ਇਹ ਆਉਂਦਾ ਗਾ ਵੀ ਜਿਹੜੇ ਮੌਲਿਕ ਅਧਿਕਾਰ ਨੇ ਗਿਣਤੀ 'ਚ ਕਿੰਨੇ ਨੇ। ਹੁਣ ਨਾ ਕਈ ਵਾਰੀ ਕੀ ਹੋ ਜਾਂਦਾ, ਜਿਹੜੇ ਈਜ਼ੀ ਕੁਐਸਚਨ ਹੁੰਦੇ ਨੇ, ਸੌਖੇ ਕੁਐਸਚਨ ਹੁੰਦੇ ਨੇ, ਉਹ ਸਾਥੋਂ ਹਰ ਵਾਰ ਹੁੰਦਾ, ਹਰ ਇੱਕ ਤੋਂ ਹੀ ਹੁੰਦਾ। ਇੱਕ ਦੋ ਕੁਐਸਚਨ ਇੱਦਾਂ ਦੇ ਹੁੰਦੇ ਆ ਬੜੇ ਸੌਖੇ ਹੁੰਦੇ ਆ, ਅਤੇ ਬਾਅਦ ਦੇ ਵਿੱਚ ਸਾਨੂੰ ਪਛਤਾਵਾ ਜਿਹਾ ਪੈ ਜਾਂਦਾ ਵੀ ਆਹ ਤਾਂ ਮੈਥੋਂ ਗਲਤ ਹੋ ਗਿਆ। ਕੁਐਸਚਨ ਸੌਖੇ ਹੁੰਦੇ ਅਸੀਂ ਗਲਤ ਕਰ ਬੈਂਦੇ ਹਾਂ। ਹੁਣ ਦੇਖੋ ਉਹਦੇ 'ਚ ਕੀ ਹੈਗਾ, ਹੁਣ ਗਲਤ ਕਿਵੇਂ, ਮੈਂ ਤੁਹਾਨੂੰ ਕਹਿ ਰਿਹਾ ਗਾ ਵੀ ਗਲਤ ਕਿਵੇਂ ਹੋ ਜਾਂਦੇ ਨੇ ਆਪਣੇ ਤੋਂ। ਹੁਣ ਜਿਵੇਂ ਜੇਕਰ ਇੱਦਾਂ ਪੁੱਛਿਆ ਜਾਵੇ ਵੀ ਮੂਲ, ਜੇ ਇੱਦਾਂ ਪੁੱਛਣ, ਠੀਕ ਆ, ਵੀ ਜੇ ਇੱਦਾਂ ਪੁੱਛਦੇ ਨੇ ਵੀ ਜਿਹੜੇ ਮੂਲ ਨੇ ਆਪਣੇ ਮੂਲ ਅਧਿਕਾਰਾਂ ਦੀ ਗਿਣਤੀ ਹੈ ਨਾ ਜਿਹੜੀ ਉਹ 7 ਸੀ, ਇਹ ਯਾਦ ਰੱਖਣਾ। ਜੇ ਉੱਥੇ ਪੇਪਰ 'ਚ ਆ ਜਾਵੇ ਵੀ ਵਰਤਮਾਨ ਕਿੰਨੇ ਹਨ, ਚਾਹੇ ਜਾਂ ਹੁਣ ਕਿੰਨੇ ਹਨ, ਫਿਰ ਆਪਾਂ ਧਿਆਨ ਰੱਖਣਾ ਗਾ। ਠੀਕ ਹੈ, ਵੀ ਜਿਹੜੇ ਹੁਣ ਨੇ ਜਾਂ ਵਰਤਮਾਨ ਸਮੇਂ ਸਾਡੇ ਕੋਲ ਜਿਹੜੇ ਅਧਿਕਾਰ ਨੇ ਉਹ 6 ਨੇ। ਇੱਦਾਂ ਦੇ ਕੁਐਸਚਨ ਨੇ ਜਿਹੜੇ ਅਸੀਂ ਕਈ ਵਾਰੀ ਮਤਲਬ ਕਿ ਨਾ ਗਲਤ ਆ ਜਿਹੜਾ ਉਹ ਕਰ ਬੈਂਦੇ ਹਾਂ ਗਲਤ ਤੇਜ਼ੀ ਦੇ ਵਿੱਚ, ਹੈ ਨਾ। ਉੱਥੇ ਜੇਕਰ ਇੱਦਾਂ ਦਾ ਪੇਪਰ ਇਹਦੇ ਨਾਲ ਰਿਲੇਟਡ ਆਉਂਦਾ ਤਾਂ ਪਲੀਜ਼ ਧਿਆਨ ਰੱਖਣਾ ਗਾ ਵੀ ਮੂਲ ਤਾਂ ਨਹੀਂ ਪੁੱਛਿਆ, ਮੂਲ ਮੀਨ ਸ਼ੁਰੂਆਤ ਸਟਾਰਟਿੰਗ ਦੇ ਵਿੱਚ ਉਦੋਂ 7 ਸੀ, ਪਰ ਜੇਕਰ ਅੱਜ ਪੁੱਛੇ ਜਾਂਦੇ ਨੇ, ਵਰਤਮਾਨ ਪੁੱਛੇ ਜਾਂਦੇ ਤਾਂ 6, ਕਿਉਂਕਿ 44ਵੀਂ ਸੋਧ ਆ ਜਿਹੜੀ 1978 ਦੇ ਵਿੱਚ ਹੁੰਦੀ ਹੈ ਨਾ, ਉਸ ਸੋਧ ਦੇ ਰਾਹੀਂ ਜਿਹੜਾ ਆਰਟੀਕਲ 31 ਦੇ ਵਿੱਚ ਸਾਨੂੰ ਸੰਪਤੀ ਦਾ ਅਧਿਕਾਰ ਮਿਲਿਆ ਹੋਇਆ ਸੀਗਾ, ਠੀਕ ਹੈ, ਉਹਨੂੰ ਖਾਰਜ ਕਰ ਦਿੱਤਾ ਗਿਆ ਸੀਗਾ। ਠੀਕ ਹੈ, ਸੋ ਇਹ ਸੀ ਜਿਹੜੀ ਦੀ ਮਤਲਬ ਕਿ ਬੇਸਿਕ ਜਾਣਕਾਰੀ ਸੀਗੀ ਮੌਲਿਕ ਅਧਿਕਾਰਾਂ ਦੇ ਨਾਲ ਰਿਲੇਟਡ। ਸੋ ਹੁਣ ਆਪਾਂ ਨੈਕਸਟ ਆ ਜਿਹੜਾ ਇਹਨਾਂ ਅਧਿਕਾਰਾਂ ਦੀ ਗੱਲ ਕਰਦੇ ਹਾਂ। ਅਤੇ ਮੈਂ ਪਹਿਲਾਂ ਵੀ ਦੱਸ ਚੁੱਕਿਆ ਤੁਹਾਨੂੰ, ਕਈ ਕਿਤਾਬਾਂ ਦੇ ਵਿੱਚ ਇਹਨੂੰ ਨਾ 14 ਤੋਂ 35 ਦਿੱਤਾ ਹੋਇਆ ਹੈਗਾ ਵੀ ਮੌਲਿਕ ਅਧਿਕਾਰ ਕਿਹੜੇ ਆਰਟੀਕਲ 'ਚ ਨੇ, 14 ਤੋਂ 35। ਅਤੇ ਪਰ ਇਹਦਾ ਰੀਅਲ ਆਨਸਰ ਆ ਜਿਹੜਾ ਅਸਲ ਆਨਸਰ ਆ ਉਹ 12 ਤੋਂ 35 ਹੀ ਬਣਦਾ। ਠੀਕ ਹੈ, 12 ਅਤੇ 13 ਦੇ ਵਿੱਚ ਆਪਾਂ ਕਹਿੰਦੇ ਹਾਂ ਵੀ ਅਧਿਕਾਰ ਨਹੀਂ ਦਿੱਤੇ ਹੋਏ, ਪਰ ਕੀ ਦਿੱਤਾ ਹੋਇਆ ਆਪਾਂ ਉਹਦੇ ਬਾਰੇ ਡਿਸਕਸ਼ਨ ਕਰਾਂਗੇ। ਹੁਣ ਆਰਟੀਕਲ ਆਪਾਂ 12 ਦੇਖਦੇ ਹਾਂ। ਠੀਕ ਹੈ, ਹੁਣ ਆਰਟੀਕਲ ਜਿਹੜਾ 12 ਹੈਗਾ ਨਾ ਉਹਦੇ ਵਿੱਚ ਕੀ ਆ, ਉਹਦੇ ਵਿੱਚ ਮਤਲਬ ਕਿ ਨਾ ਪਰਿਭਾਸ਼ਾ ਦਿੱਤੀ ਹੋਈ ਹੈ। ਕਾਹਦੀ ਪਰਿਭਾਸ਼ਾ ਦਿੱਤੀ ਹੋਈ ਹੈ, ਰਾਜ ਦੀ, ਵੀ ਰਾਜ ਦੀ ਪਰਿਭਾਸ਼ਾ ਦਿੱਤੀ ਹੋਈ ਹੈ। ਹੁਣ ਆਪਾਂ ਇਹ ਸਮਝਣਾ ਗਾ ਵੀ ਰਾਜ ਦੀ ਪਰਿਭਾਸ਼ਾ ਦਾ ਮਤਲਬ ਕੀ, ਵੀ ਇਹ ਦੱਸਿਆ ਗਿਆ ਕਿ ਰਾਜ ਕੀ ਹੈ। ਹੁਣ ਦੇਖੋ ਅਸੀਂ ਆਮ ਜਿਹੜਾ ਆਪਾਂ ਨੂੰ ਸਭ ਨੂੰ ਪਤਾ ਇਸ ਚੀਜ਼ ਦਾ ਵੀ ਰਾਜ ਕਿਵੇਂ ਬਣਦਾ ਜਾਂ ਕੀ ਹੁੰਦਾ ਗਾ। ਰਾਜ ਦੀ ਅਸੀਂ ਕਹਿੰਦੇ ਵੀ 4 ਤੱਤ ਚਾਹੀਦੇ ਹੁੰਦੇ ਆ ਨਾ, ਆਪਾਂ ਕਹਿੰਦੇ ਵੀ ਭੂਮੀ ਚਾਹੀਦੀ ਆ, ਵਸੋਂ ਚਾਹੀਦੀ ਆ, ਉੱਥੇ ਸਰਕਾਰ ਚਾਹੀਦੀ ਆ, ਸਰਕਾਰ ਕੋਲ ਪ੍ਰਭੂ ਸੱਤਾ ਚਾਹੀਦੀ। ਜਿੱਥੇ ਇਹ 4 ਤੱਤ ਆ ਜਾਂਦੇ ਨੇ ਉੱਥੇ ਰਾਜ ਦਾ ਨਿਰਮਾਣ ਹੋ ਜਾਂਦਾ, ਪਰ ਨਹੀਂ। ਹੁਣ ਤੁਸੀਂ ਸਿੱਧੇ ਜਿਹੇ ਸ਼ਬਦਾਂ ਦੇ ਵਿੱਚ ਇਹ ਸਮਝਣਾ ਗਾ ਵੀ ਆਰਟੀਕਲ 12 ਦੇ ਵਿੱਚ ਕੀ ਕਿਹਾ ਗਿਆ ਗਾ, ਰਾਜ ਦੀ ਪਰਿਭਾਸ਼ਾ ਦੇ ਵਿੱਚ ਕੀ ਕਿਹਾ, ਰਾਜ ਕਿਹਨੂੰ ਕਿਹਾ। ਸਿੱਧੇ ਸ਼ਬਦਾਂ 'ਚ ਤੁਸੀਂ ਇੱਕ ਗੱਲ ਨੂੰ ਇਹ ਸਮਝ ਲਿਓ ਵੀ ਉਹ ਹਰ ਇੱਕ ਸੰਸਥਾ, ਚਾਹੇ ਉਹ ਪ੍ਰਾਈਵੇਟ ਆ ਚਾਹੇ ਸਰਕਾਰੀ ਆ, ਹਰ ਇੱਕ ਸੰਸਥਾ, ਚਾਹੇ ਦੇਸ਼ ਦੀ ਪਾਰਲੀਮੈਂਟ ਤੋਂ ਲੈ ਕੇ ਪਿੰਡ ਦੀ ਪੰਚਾਇਤ ਤੱਕ,
ਉਹ ਹਰ ਇੱਕ ਸੰਸਥਾ ਜਿਹੜੀ ਕਿਸੇ ਨਾ ਕਿਸੇ ਨਿਯਮ ਦਾ ਨਿਰਮਾਣ ਕਰਦੀ ਹੈ, ਠੀਕ ਆ, ਕੋਈ ਨਿਯਮ ਬਣਾਉਂਦੀ ਹੈ, ਕੋਈ ਰੂਲ ਬਣਾਉਂਦੀ ਹੈ, ਉਹਨੂੰ ਰਾਜ ਕਿਹਾ ਜਾਂਦਾ ਹੈਗਾ। ਠੀਕ ਆ, ਸਮਝੇ ਹੋਣਗੇ ਤੁਸੀਂ ਮੇਰਾ ਮਤਲਬ ਕਿ ਵੀ ਕੀ ਹੈ ਮੇਰੇ ਕਹਿਣ ਦਾ ਮਤਲਬ। ਉਹ ਹਰ ਇੱਕ ਸੰਸਥਾ ਜਿਹੜੀ ਕਿਸੇ ਨਾ ਕਿਸੇ ਨਿਯਮ ਦਾ ਨਿਰਮਾਣ ਕਰਦੀ ਆ, ਲੋਕਾਂ ਦੇ ਵਾਸਤੇ ਕੋਈ ਨਿਯਮ ਬਣਾਉਂਦੀ ਆ, ਉਹਦੇ ਵਿੱਚ ਬਹੁਤ ਕੁਝ ਆ ਜਾਂਦਾ। ਹੁਣ ਦੇਸ਼ ਦੀ ਸੰਸਦ ਤੋਂ ਲੈ ਕੇ ਇੱਕ ਪਿੰਡ ਦੀ ਪੰਚਾਇਤ, ਉਹਦੇ ਵਿੱਚ ਕੀ ਕੁਛ ਆ, ਉਹ ਸਾਰੀਆਂ ਚੀਜ਼ਾਂ ਨੂੰ ਹੀ ਰਾਜ ਕਿਹਾ ਗਿਆ। ਠੀਕ ਆ, ਉਹ ਸੰਸਥਾ ਕਹਿ ਲਓ ਵੀ, ਉਹ ਸਮਝ ਲਓ ਬਸ ਵੀ ਜਿਹੜੀ ਕਿਸੇ ਨਿਯਮ ਨੂੰ ਬਣਾਉਂਦੀ ਹੈ ਉਹ ਰਾਜ ਆ। ਠੀਕ ਹੈ, ਜਿਵੇਂ ਹੁਣ ਇਹਦਾ ਮਤਲਬ ਇਹ ਬਣ ਗਿਆ ਵੀ ਸਾਡੀ ਪਾਰਲੀਮੈਂਟ, ਇਸ ਤੋਂ ਹੇਠਾਂ ਫਿਰ ਰਾਜਾਂ ਦੇ ਵਿਧਾਨ ਮੰਡਲ, ਠੀਕ ਆ, ਫਿਰ ਸ਼ਹਿਰਾਂ ਦੇ ਵਿੱਚ ਜਿਹੜੀਆਂ ਸਵੈ ਸ਼ਾਸਨ ਸੰਸਥਾਵਾਂ ਬਣੀਆਂ ਨੇ, ਫਿਰ ਪਿੰਡਾਂ ਦੇ ਵਿੱਚ ਜਿਹੜੀਆਂ ਸਵੈ ਸ਼ਾਸਨ ਸੰਸਥਾਵਾਂ ਬਣੀਆਂ ਨੇ। ਇਹ ਤੋਂ ਬਿਨਾਂ ਸਾਡੀਆਂ ਜਿਹੜੀਆਂ ਹੋਰ ਜਿਹੜੀਆਂ ਏਜੰਸੀਜ਼, ਅਥਾਰਟੀਜ਼ ਵਗੈਰਾ ਪ੍ਰਾਈਵੇਟ ਆ ਚਾਹੇ, ਉਹ ਸਾਰੀਆਂ ਹੀ ਮਤਲਬ ਕਿ ਰਾਜ ਦੇ ਵਿੱਚ ਆਉਂਦੀਆਂ ਨੇ। ਠੀਕ ਆ, ਰਾਜ ਦੀ ਪਰਿਭਾਸ਼ਾ ਇਹ ਕਹੀ ਗਈ ਹੈ। ਨੈਕਸਟ ਸਾਡੇ ਕੋਲ ਆਉਂਦਾ ਗਾ ਆਰਟੀਕਲ 13। ਹੁਣ ਆਰਟੀਕਲ 13 ਗਾ ਜਿਹੜਾ, ਇਹਦੇ ਵਿੱਚ ਕੀ ਹੈ, ਨਿਆਇਕ ਪੁਨਰ ਜਾਂਚ ਦੀ ਸ਼ਕਤੀ ਹੈ। ਇਹਦੇ ਵਿੱਚ ਕੀ ਕਿਹਾ ਗਿਆ ਗਾ, ਇਹਦੇ 'ਚ ਇਹ ਕਿਹਾ ਗਿਆ ਗਾ ਸਾਡੀ ਸੁਪਰੀਮ ਕੋਰਟ ਦੇ ਕੋਲੇ, ਸਾਡੀ ਜਿਹੜੀ ਮਤਲਬ ਕਿ ਉੱਚ ਅਦਾਲਤ ਆ, ਸਰਵਉੱਚ ਅਦਾਲਤ ਆ ਸਾਡੀ ਜਿਹੜੀ, ਉਹਦੇ ਕੋਲੇ ਨਿਆਇਕ ਪੁਨਰ ਨਿਰੀਖਣ ਦੀ ਸ਼ਕਤੀ ਆ। ਹੁਣ ਕਾਹਦੀ ਨਿਆਇਕ ਪੁਨਰ ਨਿਰੀਖਣ, ਇਹਦਾ ਕੀ ਦੇਖੋ, ਨਾਂ ਤੋਂ ਕਲੀਅਰ ਹੋ ਗਿਆ ਵੀ ਪੁਨਰ ਜਾਂਚ। ਨਿਆਇਕ ਮਤਲਬ ਕਿ ਫੈਸਲਾ, ਪੁਨਰ ਜਾਂਚ ਫੈਸਲਾ ਕਰਤਾ ਦੁਬਾਰੇ ਜਾਂਚ ਕਰਕੇ, ਹੈ ਨਾ, ਫੈਸਲਾ ਨਿਆਇਕ ਫੈਸਲਾ, ਪੁਨਰ ਦੁਬਾਰਾ ਜਾਂਚ, ਉਹਦੀ ਮਤਲਬ ਕਿ ਕੋਈ ਉਹਦੀ ਵੈਰੀਫਿਕੇਸ਼ਨ ਕਰ ਲੈਣੀ, ਜਾਂਚ ਹੋ ਗਈ ਦੁਬਾਰਾ। ਕਾਹਦੀ ਜਾਂਚ ਦੁਬਾਰਾ, ਜੇਕਰ ਦੇਸ਼ ਦੀ ਵਿਧਾਨ ਮੰਡਲ, ਸਾਡੀ ਪਾਰਲੀਮੈਂਟ ਕੋਈ ਕਾਨੂੰਨ ਬਣਾਉਂਦੀ ਹੈ, ਕੋਈ ਕਾਨੂੰਨ ਘੜਦੀ ਹੈ। ਠੀਕ ਆ, ਸਾਡੇ ਆਰਟੀਕਲ 13 ਦੇ ਅੰਡਰ ਸੁਪਰੀਮ ਕੋਰਟ ਕੋਲ ਇਹ ਪਾਵਰ ਆ, ਇਹ ਸ਼ਕਤੀ ਆ ਵੀ ਉਹਦੀ ਉਹ ਦੁਬਾਰਾ ਜਾਂਚ ਕਰਕੇ, ਜੇਕਰ ਉਹਨੂੰ ਇਹ ਲੱਗਦਾ ਵੀ ਇਸ ਸੰਵਿਧਾਨ ਦੀ ਕਸਵੱਟੀ 'ਤੇ ਪੂਰਾ ਨਹੀਂ ਉਤਰਿਆ ਇਹ ਨਿਯਮ, ਮੌਲਿਕ ਅਧਿਕਾਰ ਦੀ ਜਾਂ ਸੰਵਿਧਾਨ ਦੇ ਕਿਸੇ ਹੋਰ ਮਤਲਬ ਕਿ ਨਿਯਮ ਦੀ ਜਾਂ ਉਲੰਘਣਾ ਕਰਦਾ ਗਾ, ਤਾਂ ਨਿਆਇਕ ਪੁਨਰ ਜਾਂਚ ਦੇ ਦੁਆਰਾ ਆਰਟੀਕਲ 13 ਦੇ ਅਧੀਨ ਉਹਨੂੰ ਰੱਦ ਕੀਤਾ ਜਾ ਸਕਦਾ ਗਾ। ਠੀਕ ਆ, ਇਸ ਚੀਜ਼ ਨੂੰ ਤੁਸੀਂ ਯਾਦ ਰੱਖਣਾ ਗਾ। ਆਰਟੀਕਲ 12 ਦੇ ਵਿੱਚ ਰਾਜ ਦੀ ਪਰਿਭਾਸ਼ਾ ਅਤੇ ਆਰਟੀਕਲ 13 ਦੇ ਵਿੱਚ ਨਿਆਇਕ ਪੁਨਰ ਜਾਂਚ ਦੀ ਸ਼ਕਤੀ। ਠੀਕ ਆ, ਪਲੀਜ਼ ਮੇਰੇ ਕੋਲ ਦੇਖੋ, ਚਾਹੇ ਮੈਂ ਇੱਥੇ ਨੋਟਸ ਦੇ ਉੱਪਰ ਹੀ ਇਹਨਾਂ ਨੂੰ ਨੋਟ ਡਾਊਨ ਕੀਤਾ ਹੋਇਆ, ਪਰ ਐਕਸਪਲੇਨ ਕਰਨ ਦੇ ਵਿੱਚ ਫਿਰ ਬੜਾ ਸਮਾਂ ਚਾਹੀਦਾ ਸੀ। ਤੁਸੀਂ ਪਲੀਜ਼ ਨੋਟ ਜ਼ਰੂਰ ਕਰਦੇ ਜਾਇਓ, ਜੇਕਰ ਤੁਹਾਨੂੰ ਜਿੱਥੇ ਤਾਂ ਤੁਹਾਨੂੰ ਪਤਾ ਜਿਹੜੀਆਂ ਗੱਲਾਂ ਕਲੀਅਰ ਨੇ ਗੁੱਡ ਆ। ਫਿਰ ਵੀ ਜੇਕਰ ਕੁਝ ਨਵਾਂ ਲੱਗਦਾ ਗਾ, ਠੀਕ ਹੈ, ਜਾਂ ਕੋਈ ਨਵੇਂ ਸਿਰੇ ਤੋਂ ਸਟਾਰਟ ਕਰ ਰਿਹਾ ਸਾਥੀ ਨੋਟਸ ਨੂੰ, ਤਾਂ ਉਹ ਆਪਣੇ ਲੈਵਲ 'ਤੇ ਤੁਸੀਂ ਲਿਖਣ ਦੀ ਉਹਨਾਂ ਨੂੰ ਕੋਸ਼ਿਸ਼ ਹੈ ਜਿਹੜੀ ਉਹ ਕਰਿਓ। ਠੀਕ ਹੈ, ਕਿਉਂਕਿ ਲਿਖੀ ਹੋਈ ਚੀਜ਼ ਹੈ ਜਿਹੜੀ ਸੁਣੀ ਆ ਸਾਨੂੰ ਜਿਹੜੀ ਥੋੜ੍ਹਾ ਸਮਾਂ ਯਾਦ ਰਹਿੰਦੀ ਹੈ। ਜੇਕਰ ਸਾਡੇ ਕੋਲ ਨੋਟ ਆ ਉਹ ਚੀਜ਼ਾਂ, ਤਾਂ ਅਸੀਂ ਲੰਮਾ ਸਮਾਂ ਵੀ ਉਹਨੂੰ ਯਾਦ ਰੱਖ ਸਕਦੇ ਹਾਂ। ਇਹ ਸਨ ਸਾਡੇ ਕੋਲ ਆਰਟੀਕਲ 12 ਅਤੇ 13। ਸੋ ਹੁਣ ਆਪਾਂ ਗੱਲ ਕਰ ਦਿਆਂਗੇ ਆਰਟੀਕਲ 14 ਤੋਂ 18। ਠੀਕ ਹੈ, ਹੁਣ ਅਸੀਂ ਅਧਿਕਾਰਾਂ ਦੇ ਉੱਪਰ ਆਉਣੇ ਆ। ਹੁਣ ਦੇਖੋ ਸਾਡੇ ਕੋਲ 6 ਤਰ੍ਹਾਂ ਦੇ ਅਧਿਕਾਰ ਆ ਜਾਂਦੇ ਨੇ। ਮੈਂ ਦੱਸ ਕੇ ਟਿਆ ਵੀ ਮੂਲ ਅਧਿਕਾਰ ਦੇ ਮੂਲ ਸੰਵਿਧਾਨ ਦੇ ਵਿੱਚ ਸਾਨੂੰ 7 ਤਰ੍ਹਾਂ ਦੇ ਮਿਲੇ ਹੋਏ ਸੀਗੇ। ਉਹਦੇ ਵਿੱਚ ਅਸੀਂ 44ਵੀਂ ਸੋਧ ਰਾਹੀਂ ਇੱਕ ਨੂੰ ਖਾਰਜ ਕੀਤਾ। ਠੀਕ ਆ, ਫਿਰ 6 ਰਹਿ ਜਾਂਦੇ ਨੇ। ਸੋ ਉਹਨਾਂ ਨੂੰ ਆਪਾਂ 6 ਅਧਿਕਾਰ ਆ ਜਿਹੜੇ ਸਾਡੇ ਕੋਲ ਵੱਖਰੇ ਵੱਖਰੇ ਬਣ ਜਾਂਦੇ ਨੇ ਆਰਟੀਕਲ ਦੇ ਅੰਡਰ, ਉਹਨਾਂ ਦੀ ਡਿਸਕਸ਼ਨ ਕਰਦੇ ਹਾਂ। ਠੀਕ ਆ, ਬੇਸਿਕ ਜਿਹੀਆਂ ਗੱਲਾਂ ਨੇ, ਵੈਸੇ ਤੁਸੀਂ ਬਹੁਤੇ ਜਾਣਦੇ ਹੋਵੋਗੇ। ਅਤੇ ਜਿਵੇਂ ਹੁਣ ਪਹਿਲਾਂ ਸਾਡੇ ਕੋਲ ਸਮਾਨਤਾ ਦਾ ਅਧਿਕਾਰ ਆ ਜਾਂਦਾ ਗਾ ਆਰਟੀਕਲ 14 ਤੋਂ 18। 14 ਤੋਂ 18 ਦੇ ਵਿੱਚ, ਠੀਕ ਆ, 5 ਮਤਲਬ ਕਿ ਉਹ ਨੇ। ਇੱਕ ਗੱਲ ਨੂੰ ਹੋਰ ਯਾਦ ਰੱਖਣਾ, ਆਪਾਂ ਚਾਹੇ ਇਹਨੂੰ ਡੀਪਲੀ ਪੜ੍ਹਾਂਗੇ ਵੀ ਕੀ ਹੈ ਇਹਨਾਂ ਦੇ ਵਿੱਚ, ਪਰ ਜਦੋਂ ਵੀ ਪੇਪਰ ਆ ਜਿਹੜਾ ਆਏਗਾ, ਤਾਂ ਤੁਸੀਂ ਕੋਈ ਵੀ ਪੇਪਰ ਚੱਕ ਕੇ ਦੇਖ ਲਓ, ਖਾਸ ਕਰਕੇ ਮਾਸਟਰ ਕੇਡਰ ਦੇ ਪੇਪਰ ਦੇਖੋ, ਉਹਦੇ ਵਿੱਚ ਜਦੋਂ ਵੀ ਕੁਐਸਚਨ ਪਾਇਆ ਜਾਂਦਾ ਨਾ, ਉਹਦੇ ਵਿੱਚ ਮਤਲਬ ਕਿ ਵਿੱਚੋਂ ਨਹੀਂ ਪੁੱਛਿਆ ਜਾਂਦਾ ਜਿਵੇਂ ਆਰਟੀਕਲ ਵੀ 15 'ਚ ਕੀ ਆ, 16 'ਚ ਕੀ ਆ, ਜਾਂ 17 'ਚ, ਉਹ ਇੱਦਾਂ ਪੁੱਛਦੇ ਨੇ ਕਿ ਸਮਾਨਤਾ ਦਾ ਅਧਿਕਾਰ ਕਿਹੜੇ ਆਰਟੀਕਲ 'ਚ 14 ਤੋਂ 18, ਜਾਂ ਇੱਦਾਂ ਦੇ ਕੇ ਵੀ 14 ਤੋਂ 18 ਆਰਟੀਕਲ ਦੇ ਵਿੱਚ ਕੀ ਆਉਂਦਾ, ਉੱਥੇ ਵੀ ਸਮਾਨਤਾ ਦਾ ਅਧਿਕਾਰ, ਸ਼ੋਸ਼ਣ ਵਿਰੁੱਧ ਅਧਿਕਾਰ, ਧਾਰਮਿਕ ਸੁਤੰਤਰਤਾ ਦਾ ਅਧਿਕਾਰ, ਇੱਦਾਂ ਵਿੱਚੋਂ ਨਹੀਂ ਪੁੱਛਣਾ ਸੀਗਾ। ਸਾਨੂੰ ਜੋ ਮੈਂ ਚਾਰਟ ਤੁਹਾਡੇ ਸਾਹਮਣੇ ਦਿਖਾਈ ਦੇ ਰਿਹਾ ਤੁਹਾਨੂੰ, ਇਹਦੀ ਤਸਵੀਰ ਜ਼ਰੂਰ ਬਣੀ ਹੋਵੇ। ਠੀਕ ਹੈ, ਉਂਝ ਅਸੀਂ ਡਿਸਕਸ਼ਨ ਜ਼ਰੂਰ ਕਰਾਂਗੇ, ਪੜ੍ਹਾਂਗੇ ਜ਼ਰੂਰ, ਪਰ ਇਹ ਸਾਨੂੰ ਲਈ ਅਤੀ ਜ਼ਰੂਰੀ ਨੇ, ਕਿਉਂਕਿ ਪੇਪਰ ਦੇ ਵਿੱਚ ਜਦੋਂ ਵੀ ਕੁਐਸਚਨ ਬਣਿਆਗਾ ਤਾਂ ਉਹ ਇਸ ਹਿਸਾਬ ਨਾਲ ਹੀ ਬਣਿਆਗਾ। ਜਿਵੇਂ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ 32 'ਚ, ਹੁਣ ਇਹ ਨਹੀਂ ਗਾ ਵੀ 32 ਦੇ ਕਿੰਨੇ ਉਪਖੰਡ ਨੇ, ਜਿਵੇਂ ਹੁਣ ਆਰਟੀਕਲ 32 ਹੈ, ਇਹਦੇ 4 ਉਪਖੰਡ ਨੇ। ਇਸ ਤਰ੍ਹਾਂ ਮਤਲਬ ਕਿ ਆਪਣਾ ਜਿਹੜਾ 14 ਤੋਂ 18 ਗਾ, ਇਹਦੇ ਵੀ ਵੱਖਰੇ ਵੱਖਰੇ ਉਪਖੰਡ ਨੇ। ਠੀਕ ਹੈ, ਅਤੇ ਆਪਾਂ 14 ਦੇ ਇਕੱਲੇ 14 ਦੇ ਹੀ ਉਪਖੰਡ ਬਣ ਜਾਂਦੇ ਆ। ਆਪਾਂ ਜਿਹੜੀ ਤਿਆਰੀ ਰੱਖਣੀ ਹੈਗੀ, ਯਾਦ ਰੱਖਣਾ ਹੈਗਾ, ਉਹ ਇਸ ਚੀਜ਼ ਨੂੰ ਰੱਖਣਾ, ਪਰ ਉਹ ਨੌਲੇਜ ਵਾਸਤੇ ਸਾਨੂੰ ਇਹ ਆਰਟੀਕਲ ਆ ਜਿਹੜੇ ਉਹ ਪਤਾ ਹੋਣੇ ਚਾਹੀਦੇ ਵੀ ਕਿਹੜੇ ਵਿੱਚ ਕੀ ਸਾਨੂੰ ਕੀ ਕਿਹਾ ਗਿਆ ਹੈਗਾ। ਹੁਣ ਜਿਵੇਂ ਆਰਟੀਕਲ 14 ਗਾ, ਆਰਟੀਕਲ 14 ਜਿਹੜਾ ਉਹ ਸਾਨੂੰ ਸਮਾਨਤਾ ਦਾ ਅਧਿਕਾਰ ਦਿੰਦਾ ਗਾ। ਠੀਕ ਆ, ਆਰਟੀਕਲ 14 ਦੇ ਵਿੱਚ ਸਮਾਨਤਾ ਦਾ ਅਧਿਕਾਰ ਆ ਜਿਹੜਾ, ਕਾਨੂੰਨ ਦੇ ਸਾਹਮਣੇ ਸਮਾਨਤਾ ਹੈਗੀ। ਠੀਕ ਹੈ, ਵੀ ਸਾਰੇ ਲੋਕ ਆ ਜਿਹੜੇ ਕਾਨੂੰਨ ਦੇ ਸਾਹਮਣੇ ਸਮਾਨ ਮੰਨੇ ਜਾਣਗੇ। ਪਰ ਹੁਣ ਇੱਕ ਗੱਲ ਨੂੰ ਤੁਸੀਂ ਪਲੀਜ਼ ਇੱਥੇ ਜ਼ਰੂਰ ਸਮਝੋ, ਇੱਕ ਗੱਲ ਸਾਰਿਆਂ ਨੇ ਜ਼ਰੂਰ ਸਮਝਣੀ ਆ ਵੀ ਦੇਖੋ, ਇੱਕ ਤਾਂ ਹੈਗਾ ਕਾਨੂੰਨ ਦੇ ਸਾਹਮਣੇ ਸਮਾਨਤਾ, ਇੱਕ ਹੈਗਾ ਕਾਨੂੰਨ ਦੇ ਸਾਹਮਣੇ ਸਮਾਨ ਸੁਰੱਖਿਆ। ਇਹ ਦੋ ਕਨਸੈਪਟ ਨੇ, ਇਹਨਾਂ ਨੂੰ ਪਲੀਜ਼ ਕਲੀਅਰ ਕਰਿਓ। ਠੀਕ ਆ, ਹੁਣ ਦੇਖੋ, ਜਿਵੇਂ ਜਿਹੜਾ ਤਾਂ ਹੈਗਾ ਕਾਨੂੰਨ ਦੇ ਸਾਹਮਣੇ ਸਮਾਨਤਾ, ਇਹ ਅਸੀਂ UK ਤੋਂ ਲਿਆ। ਇੱਕ ਹੈਗਾ ਕਾਨੂੰਨ ਦੇ ਸਾਹਮਣੇ ਸਮਾਨ ਸੁਰੱਖਣ, ਇਹ ਅਸੀਂ
USA ਤੋਂ ਲਿਆ। ਹੁਣ ਇਹਨਾਂ 'ਚ ਫਰਕ ਸਮਝੋ ਕੀ ਚੀਜ਼ ਹੈ। ਹੁਣ ਜਦੋਂ ਤਾਂ ਇਹ ਕਹਿੰਦੇ ਵੀ ਕਾਨੂੰਨ ਦੇ ਸਾਹਮਣੇ ਸਮਾਨਤਾ, ਦੇਖੋ ਇਹ ਦੋ ਪੱਖ ਬਣ ਗਏ ਨੇ। ਕਾਨੂੰਨ ਦੇ ਸਾਹਮਣੇ ਜਿਹੜੀ ਸਮਾਨਤਾ ਗੀ ਨਾ, ਇਹ ਆ ਜਿਹੜਾ ਦੇਖਣ ਨੂੰ ਸਾਨੂੰ ਸ਼ਬਦ ਬੜਾ ਸੋਹਣਾ ਲੱਗਦਾ ਵੀ ਕਾਨੂੰਨ ਦੇ ਸਾਹਮਣੇ ਸਾਰੇ ਸਮਾਨ, ਪਰ ਇਹ ਹੈ ਜਿਹੜਾ ਇਹ ਨੈਗੇਟਿਵ ਪੱਖ ਆ ਸਮਾਨਤਾ ਦਾ, ਇਕੁਐਲਿਟੀ ਦਾ ਇਹ ਨੈਗੇਟਿਵ ਪੱਖ ਆ। ਉਹ ਕਿਵੇਂ ਦੇਖੋ, ਹੁਣ ਉਹ ਇੱਦਾਂ ਗਾ ਵੀ ਜੇ ਹੁਣ ਆਪਾਂ ਇੱਦਾਂ ਮੰਨ ਲਈਏ ਫਾਰ ਐਗਜ਼ਾਮਪਲ ਵੀ ਅਸੀਂ ਇੱਕ ਐਗਜ਼ਾਮ ਹਾਲ ਦੇ ਵਿੱਚ ਬੈਠੇ ਹਾਂ, ਪੇਪਰ ਦੇ ਰਹੇ ਹਾਂ, ਉਹਦੇ ਵਿੱਚ ਕੁਛ ਇੱਦਾਂ ਦੇ ਹੋ ਸਕਦੇ ਆ, ਕੁਝ ਸਟੂਡੈਂਟ ਹੋ ਸਕਦਾ ਉਹਨਾਂ ਨੂੰ ਦਿਖਾਈ ਨਾ ਦਿੰਦਾ ਹੋਵੇ, ਘੱਟ ਦਿਖਾਈ ਦਿੰਦਾ ਹੋਵੇ ਜਾਂ, ਪਰ ਆਪਾਂ ਇਹ ਥੋੜ੍ਹਾ ਕਹਾਂਗੇ ਵੀ ਉਹਨਾਂ ਨੂੰ ਵੀ ਉਨਾ ਸਮਾਂ ਦਿਓ, ਸਾਨੂੰ ਵੀ ਕਾਨੂੰਨ ਦੇ ਸਾਹਮਣੇ ਸਭ ਬਰਾਬਰ ਨੇ। ਜੇ ਸਾਨੂੰ 3 ਘੰਟੇ ਦਾ ਪੇਪਰ ਦਾ ਟਾਈਮ ਮਿਲਿਆ ਤਾਂ ਉਹਨਾਂ ਨੂੰ ਵੀ ਨਹੀਂ। ਜੇਕਰ ਰੇਸ ਹੋ ਰਹੀ ਹੈ, ਮੰਨ ਲਓ ਵੀ ਰੇਸ ਦੌੜ ਲੱਗ ਰਹੀ ਹੈ, ਉਹਦੇ ਵਿੱਚ ਹੋ ਸਕਦਾ ਕੋਈ ਹੈਂਡੀਕੈਪਟ ਹੋਵੇ, ਫਿਰ ਇਹ ਕਹਾਂ ਵੀ ਕਾਨੂੰਨ ਦੇ ਸਾਹਮਣੇ ਸਾਰੇ ਸਮਾਨ ਨੇ? ਨਹੀਂ। ਕੁਝ ਸਾਡੇ ਸਮਾਜ ਦੇ ਵਿੱਚ ਕੁਝ ਵਰਗ ਅਜਿਹੇ ਨੇ ਜਿਨ੍ਹਾਂ ਨੂੰ ਮਤਲਬ ਕਿ ਐਪਰੀਸ਼ੀਏਟ ਕਰਨ ਦੇ ਵਾਸਤੇ, ਉਹਨਾਂ ਨੂੰ ਬਰਾਬਰ ਉਠਾਉਣ ਦੇ ਵਾਸਤੇ, ਉਹਨਾਂ ਨੂੰ ਦੂਸਰੇ ਵਰਗਾਂ ਦੇ ਨਾਲ ਰਲਾਉਣ ਦੇ ਵਾਸਤੇ, ਉਹਨਾਂ ਦੀ ਸੁਰੱਖਿਆ ਦੇ ਲਈ ਇੱਕ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਜਿਵੇਂ ਹੁਣ ਤੁਸੀਂ ਇਹ ਦੇਖ ਲਓ ਵੀ ਆਪਾਂ B.Ed ਵਾਲੇ ਸਾਥੀ ਜਿਹੜੇ ਜਿਨ੍ਹਾਂ ਨੇ ਆਪਾਂ ਹੁਣ ਟੈਟ ਕਲੀਅਰ ਕੀਤਾ ਹੋਇਆ ਨਾ, ਉਹਦੇ ਵਿੱਚ ਕੀ ਹੈ ਵੀ ਜਨਰਲ ਪਰਿਵਾਰਾਂ ਨਾਲ ਸੰਬੰਧਿਤ ਨੇ ਜਿਹੜੇ ਸਾਥੀ, ਉਹਨਾਂ ਨੂੰ 90 ਮਾਰਕਸ ਨੇ ਜਾਂ ਪਲੱਸ 90 ਤੋਂ ਉੱਪਰ ਨੰਬਰ ਹੋਣ। ਇੱਦਾਂ ਜਿਹੜੇ SC BC ਜਾਂ ਇਹਨਾਂ ਕੈਟਾਗਰੀਆਂ ਨਾਲ ਸੰਬੰਧਿਤ ਨੇ, ਜਾਂ ਕੋਈ ਸ਼ਡਿਊਲ ਕਾਸਟ ਕਹਿ ਲਈਏ, ਹੈ ਨਾ, ਬੈਕਵਰਡ ਕਾਸਟ ਨਾਲ ਸੰਬੰਧਿਤ ਕਹਿ ਲਈਏ, ਅਤੇ ਜਾਂ ਹੈਂਡੀਕੈਪਟ ਕਹਿ ਲਈਏ, ਉਹਨਾਂ ਨੂੰ 82 ਜਾਂ 83 ਇਹ ਨੰਬਰ ਚਾਹੀਦੇ ਨੇ। ਹੁਣ ਫਿਰ ਇੱਥੇ ਕਾਨੂੰਨ ਦੀ ਸਮਾਨਤਾ ਥੋੜ੍ਹਾ ਹੋਊਗੀ, ਠੀਕ ਹੈ ਨਾ, ਪਰ ਇੱਥੇ ਕਾਨੂੰਨ ਦੀ ਸਮਾਨ ਸੁਰੱਖਿਆ ਹੋਊਗੀ, ਕਿਉਂਕਿ ਉਹ ਲੋਕ ਆ ਜਿਹੜੇ ਕੁਝ ਵਰਗ ਸਾਡੇ ਅਜਿਹੇ ਨੇ ਜਿਨ੍ਹਾਂ ਨੂੰ ਕੋਈ ਵਿਸ਼ੇਸ਼ ਫੈਸਿਲਿਟੀਜ਼ ਦੇਣ ਦੀ ਜ਼ਰੂਰਤ ਆ, ਉਹਨੂੰ ਕਹਾਂਗੇ ਅਸੀਂ ਕਾਨੂੰਨ ਦੇ ਸਾਹਮਣੇ ਸਮਾਨ ਸੁਰੱਖਣ। ਠੀਕ ਹੈ, ਜਿਹੜਾ ਕਾਨੂੰਨ ਦੇ ਸਾਹਮਣੇ ਅਸੀਂ ਸਮਾਨ ਸੁਰੱਖਣ ਦਾ ਸਿਧਾਂਤ ਲਿਆ ਗਾ, ਉਹ ਅਸੀਂ USA ਤੋਂ ਲਿਆ, ਅਮਰੀਕਾ ਤੋਂ ਲਿਆ। ਪਰ ਜੇ ਕਾਨੂੰਨ ਦੇ ਸਾਹਮਣੇ ਸਮਾਨਤਾ ਦੀ ਗੱਲ ਕਰ ਲਈਏ ਤਾਂ ਉਹ ਅਸੀਂ ਇੰਗਲੈਂਡ ਤੋਂ ਲਿਆ ਗਾ। ਇਸ ਗੱਲ ਨੂੰ ਸਭ ਸਾਥੀਆਂ ਨੇ ਯਾਦ ਆ ਜਿਹੜਾ ਉਹ ਰੱਖਣਾ, ਪਲੀਜ਼ ਇਹਨੂੰ ਨੋਟ ਕਰ ਲਿਓ ਜੇਕਰ ਤੁਹਾਡੇ ਕੋਲ ਨੋਟ ਨਹੀਂ ਹੈਗਾ। ਠੀਕ ਹੈ, ਇੱਕ ਗੱਲ ਨੂੰ ਹੋਰ ਤੁਸੀਂ ਯਾਦ ਰੱਖਣਾ ਗਾ, ਜਿਹੜਾ ਕਾਨੂੰਨ ਦਾ ਸ਼ਾਸਨ ਆ, ਠੀਕ ਹੈ, ਕਈ ਵਾਰ ਇਹ ਚੀਜ਼ ਪੁੱਛੀ ਜਾਂਦੀ ਹੈ ਵੀ ਕਾਨੂੰਨ ਦਾ ਸ਼ਾਸਨ ਦਾ ਇਹ ਸਿਧਾਂਤ ਕਿਹਨੇ ਦਿੱਤਾ? ਇਹ ਵੀ ਡਿਆਸੀ ਨੇ ਦਿੱਤਾ ਸੀ। ਠੀਕ ਹੈ, ਕਾਨੂੰਨ ਦਾ ਸ਼ਾਸਨ ਇਹ ਸਿਧਾਂਤ ਕਿਹਨੇ ਦਿੱਤਾ? ਇਹ ਯਾਦ ਰੱਖਣਾ ਗਾ, AB ਡਿਆਸੀ। ਠੀਕ ਹੈ, AB ਡਿਆਸੀ। ਤੁਸੀਂ ਪਲੀਜ਼ ਇੱਥੇ ਜਗ੍ਹਾ ਦੀ ਪ੍ਰੋਬਲਮ ਮੈਨੂੰ ਥੋੜ੍ਹੀ ਜਿਹੀ, ਅਤੇ ਤੁਸੀਂ ਖੁਦ ਨੋਟ ਕਰ ਲੈਣਾ। ਕਾਨੂੰਨ ਦਾ ਸ਼ਾਸਨ ਹੈ ਜਿਹੜਾ ਇਹ ਸਿਧਾਂਤ ਕਿਹਨੇ ਦਿੱਤਾ ਹੈਗਾ? ਤਾਂ ਵਿਦਵਾਨ ਦਾ ਨਾਮ ਆ AB ਡਿਆਸੀ। ਠੀਕ ਹੈ ਜੀ, ਇਹ ਆਰਟੀਕਲ 14 ਦੇ ਅੰਦਰ ਅਸੀਂ ਥੋੜ੍ਹੀ ਜਿਹੀ ਗੱਲਬਾਤ ਆ ਜਿਹੜੀ ਉਹ ਕੀਤੀ ਹੈਗੀ ਵੀ 14 ਦੇ ਵਿੱਚ ਹੁਣ ਤਾਂ ਕਾਨੂੰਨ ਦੀ ਸਮਾਨਤਾ ਹੈਗੀ, ਪਰ ਥੋੜ੍ਹਾ ਜਿਹਾ ਇਹਨੂੰ ਐਕਸਪਲੇਨ ਕਰ ਲਿਆ ਆਪਾਂ ਵੀ ਇਹਦੇ ਵਿੱਚ ਕੀ ਜਿਹੜਾ ਫਰਕ ਵਗੈਰਾ ਉਹ ਹੈਗਾ ਗਾ। ਹੁਣ ਦੇਖੋ ਜਿਵੇਂ ਨੈਕਸਟ ਆਉਂਦਾ ਸਾਡੇ ਕੋਲ, ਪਹਿਲੇ 14 ਦੇ ਵਿੱਚ ਅਸੀਂ ਕਾਨੂੰਨ ਦੀ ਸਮਾਨਤਾ ਦੀ ਗੱਲ ਕਰ ਲਈ। ਹੁਣ 15 ਦੇ ਵਿੱਚ ਦੇਖਦੇ ਹਾਂ, ਆਰਟੀਕਲ 15 ਦੇ ਵਿੱਚ ਰੰਗ, ਭਾਸ਼ਾ, ਜਾਤ ਦੇ ਆਧਾਰ 'ਤੇ ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ। ਹੁਣ ਆਰਟੀਕਲ ਜਿਹੜਾ 15 ਗਾ, ਠੀਕ ਹੈ, ਆਰਟੀਕਲ 15 ਨਾ ਜਿਹੜਾ ਇਹਦੇ ਅੱਗੋਂ ਫਿਰ 5 ਉਪਖੰਡ ਬਣਦੇ ਨੇ, ਜਿਵੇਂ 15(1), 15(2), 15(3) ਇੱਦਾਂ ਕਰਕੇ ਇਹਦੇ ਵੱਖਰੇ ਵੱਖਰੇ ਉੱਪਰ ਖੰਡ ਬਣ ਜਾਂਦੇ ਨੇ। ਪਰ ਸਾਨੂੰ ਇੰਨਾ ਡੀਪਲੀ ਪੜ੍ਹਨ ਦੀ ਲੋੜ ਨਹੀਂ ਹੈਗੀ, ਕਿਉਂਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵੀ ਮਾਸਟਰ ਕੇਡਰ ਦੇ ਵਿੱਚ ਆਪਾਂ ਨੂੰ ਉਨਾ ਹੀ ਕਾਫੀ ਹੈ, ਪਰ ਨੌਲੇਜ ਦੇ ਲਈ ਪੜ੍ਹ ਲਈਏ ਉਹ ਵੱਖਰੀ ਗੱਲ। ਠੀਕ ਹੈ, ਉਂਝ ਇਹਨੂੰ ਪੜ੍ਹਨਾ ਹੋਵੇ, ਠੀਕ ਹੈ, ਅਤੇ ਉੱਥੇ ਅਸੀਂ ਗੱਲ ਕਰ ਸਕਦੇ ਹਾਂ। ਜਿਵੇਂ ਇਹਦੇ ਵਿੱਚ ਇੱਕ ਆ ਜਿਹੜਾ 15(1) ਦੇ ਵਿੱਚ ਕੀ ਕਿਹਾ ਗਿਆ ਹੈਗਾ, ਕਲੌਜ਼ 15(1) ਦੇ ਵਿੱਚ ਕੀ ਗੱਲ ਕਹੀ ਹੈ ਵੀ ਸਾਰਿਆਂ ਨੂੰ ਬਰਾਬਰ ਸਮਝਿਆ ਜਾਊਗਾ। ਠੀਕ ਹੈ, ਰੰਗ, ਜਾਤ, ਨਸਲ ਦੇ ਆਧਾਰ 'ਤੇ ਕੋਈ ਭੇਦਭਾਵ ਨਹੀਂ ਹੋਊਗਾ। 15(2) ਦੇ ਵਿੱਚ ਕਿਹਾ ਗਿਆ ਵੀ ਜਿਹੜੀਆਂ ਸਰਕਾਰੀ ਥਾਵਾਂ ਨੇ ਸਾਂਝੀਆਂ ਨੇ, ਸਾਰੇ ਲੋਕ ਬਿਨਾਂ ਕਿਸੇ ਭੇਦਭਾਵ ਤੋਂ ਵਰਤ ਸਕਦੇ, ਜਿਵੇਂ ਬੱਸ ਸਟੈਂਡ ਹੋ ਗਏ, ਰੇਲਵੇ ਸਟੇਸ਼ਨ ਹੋ ਗਏ। ਹੁਣ ਇੱਥੇ ਇਹ ਥੋੜ੍ਹਾ ਕਹਿੰਦਾ ਕੋਈ ਵੀ ਕਿਸੇ ਵਿਸ਼ੇਸ਼ ਵਰਗ ਦੇ ਲੋਕ ਹੀ ਖੜਨਗੇ, ਜਾਂ ਹੈ ਨਾ ਕੋਈ ਗਾਰਡਨ ਹੋ ਗਏ, ਇੱਦਾਂ ਦੀਆਂ ਚੀਜ਼ਾਂ। 15(2) ਦੇ ਵਿੱਚ ਕਹੀ ਗਈ ਹੈ। 15(3) ਦੇ ਵਿੱਚ ਔਰਤਾਂ ਅਤੇ ਬੱਚਿਆਂ ਲਈ ਕੁਝ ਵਿਸ਼ੇਸ਼ ਸਹੂਲਤਾਂ ਦੀ ਵਿਵਸਥਾ ਜਿਹੜੀ ਉਹ ਕੀਤੀ ਗਈ ਹੈ। ਇੰਪੋਰਟੈਂਟ ਹੈ ਇੱਕ 15(4), ਇਹ ਯਾਦ ਰੱਖਿਓ, ਕਿਉਂਕਿ ਇਹਦੇ ਵਿੱਚ SC ST ਦੇ ਲਈ ਰਿਜ਼ਰਵੇਸ਼ਨ ਹੈ ਜਿਹੜੀ, ਜਿਵੇਂ ਹੁਣ ਸਪੈਸ਼ਲ ਅੰਕ ਨੇ, ਜਿਵੇਂ 82 ਨੰਬਰ ਨੇ, ਰਿਜ਼ਰਵੇਸ਼ਨ ਹੈ ਜਿਹੜੀ ਉਹ 15(4) ਦੇ ਵਿੱਚ ਆ। ਠੀਕ ਹੈ, ਉਂਝ ਅਸੀਂ ਨਾ ਦੇਖੋ, ਸੰਵਿਧਾਨ ਨੂੰ ਬਣਾਉਣ ਵਾਲਿਆਂ ਨੇ, ਜਿਹੜੇ ਸੰਵਿਧਾਨ ਨੂੰ ਘੜਨ ਵਾਲੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਸੀ, ਬੜੇ ਸੋਹਣੇ ਢੰਗ ਨਾਲ ਬਣਾਇਆ। ਕਿਉਂਕਿ ਜਿੱਦਾਂ ਹੁਣ ਅਸੀਂ ਇਹ ਕਹਿੰਦੇ ਵੀ ਕਾਨੂੰਨ ਦੇ ਸਾਹਮਣੇ ਸਮਾਨਤਾ, ਤਾਂ ਇਹ ਗੱਲ ਉੱਠ ਜਾਣੀ ਸੀ ਵੀ ਸਭ ਫਿਰ ਸਮਾਨ ਹੀ ਰਹੋ। ਪਰ ਉਹਨਾਂ ਨੇ ਫਿਰ ਜਿਹੜੇ ਵਿਸ਼ੇਸ਼ ਵਰਗ ਸੀ ਉਹਨਾਂ ਦੇ ਲਈ ਸੰਵਿਧਾਨ ਦੇ ਵਿੱਚ ਇਹ ਵਿਸ਼ੇਸ਼ ਉਪਬੰਧ ਕੀਤੇ ਨੇ। ਜਿਵੇਂ 15(4) ਦੇ ਵਿੱਚ ਆ ਜਿਹੜੇ ਸਾਨੂੰ ਮਤਲਬ ਕਿ ਇਹ ਮਿਲਦਾ ਨਾ ਵੀ ਆਪਣਾ ਰਾਖਵਾਂਕਰਨ ਕਹਿ ਲਈਏ, ਹੈ ਨਾ। ਇੱਕ ਨਾ ਕੇਸ ਹੋਇਆ ਗਾ ਸਾਡੇ ਮਤਲਬ ਕਿ ਮਦਰਾਸ ਦੇ ਵਿੱਚ ਹੋਇਆ ਗਾ, ਉੱਥੇ ਇੱਦਾਂ ਹੋਇਆ ਸੀਗਾ, ਕਹਿੰਦੇ ਮਤਲਬ ਕਿ ਕੋਈ ਲੜਕੀ ਸੀਗੀ, ਉਹਨੇ ਮਦਰਾਸ ਕੋਰਟ ਦੇ ਵਿੱਚ ਕੇਸ ਕਰਤਾ ਸੀ। ਮੈਡੀਕਲ ਦੀ ਉਹ ਸਟੂਡੈਂਟ ਸੀਗੀ, ਉਹਨੂੰ ਨਾ ਐਡਮਿਸ਼ਨ ਨਹੀਂ ਮਿਲ ਰਹੀ ਸੀਗੀ, ਮਤਲਬ ਕਿ ਰਿਜ਼ਰਵੇਸ਼ਨ ਕਰਕੇ ਉਹ ਸੀਟਾਂ ਉੱਧਰ ਚਲੀ ਗਈਆਂ, ਉਹਦੇ ਨੰਬਰ ਜ਼ਿਆਦਾ ਸੀ, ਪਰ ਉਹਨੇ ਕੇਸ ਕਰਤਾ ਸੀ। ਪਰ ਕੋਰਟ ਨੇ ਫਿਰ ਉਹਦੇ ਹੱਕ 'ਚ ਫੈਸਲਾ ਦੇ ਦਿੱਤਾ ਸੀ, ਕਿਉਂਕਿ ਸੰਵਿਧਾਨ ਦੇ ਵਿੱਚ ਕੁਛ ਨਾ ਕੁਛ ਕਿਤੇ ਕਮੀ ਰਹਿ ਗਈ ਸੀ। ਫਿਰ 1951 ਦੇ ਵਿੱਚ ਇਹ ਚੀਜ਼ ਜੁੜੀ ਗਈ ਹੈ। 1951 ਦੇ ਵਿੱਚ ਜਿਹੜੀ ਸੋਧ ਹੋਈ ਸੀ ਨਾ, ਉਹਦੇ ਵਿੱਚ ਇਹ ਚੀਜ਼ਾਂ ਜੋੜੀਆਂ ਗਈਆਂ ਸੀਗੀਆਂ। 15(4) ਆ ਜਿਹੜਾ ਹੈ ਨਾ, ਉਹਦੇ ਵਿੱਚ ਇਹਦਾ ਪ੍ਰਬੰਧ ਕੀਤਾ ਗਿਆ ਸੀ।
ਅਤੇ ਫਿਰ ਇੱਕ 93 ਨੰਬਰ ਸੋਧ ਹੋਈ ਹੈ, 93 ਨੰਬਰ ਦੀ ਸੋਧ ਹੋਈ ਹੈ 2005 ਦੇ ਵਿੱਚ। ਉਹਦੇ 'ਚ ਇਹ ਕਿਹਾ ਗਿਆ ਸੀ ਕਿ ਸਰਕਾਰੀ ਨਿੱਜੀ ਸਿੱਖਿਅਕ ਸੰਸਥਾਵਾਂ ਜਿਹੜੀਆਂ ਉਹਦੇ ਵਿੱਚ ਰਿਜ਼ਰਵੇਸ਼ਨ ਹੈ ਜਿਹੜੀ ਉਹਦੀ ਗੱਲਬਾਤ ਕੀਤੀ ਗਈ ਸੀ। ਉਹਨਾਂ ਨੂੰ ਪ੍ਰਮੋਸ਼ਨ ਦੇ ਵਿੱਚ ਵੀ ਰਿਜ਼ਰਵੇਸ਼ਨ ਦੇ ਹਿਸਾਬ ਨਾਲ ਚੱਲੂਗੀ। ਠੀਕ ਹੈ, ਇਹ ਗੱਲਾਂ ਨੂੰ ਵੀ ਤੁਸੀਂ ਨੋਟ ਕਰ ਲਿਓ। ਹਾਲਾਂਕਿ ਪੇਪਰ ਦੇ ਵਿੱਚ ਨਹੀਂ ਵੈਸੇ ਪੁੱਛੀਆਂ ਜਾਂਦੀਆਂ, ਤੁਸੀਂ ਆਪਦੀ ਨੌਲੇਜ ਲਈ ਜੇਕਰ ਰੱਖਣਾ ਚਾਹੁੰਦੇ ਹੋ ਤਾਂ ਧਿਆਨ 'ਚ ਰੱਖ ਸਕਦੇ ਹੋ। ਠੀਕ ਹੈ, ਇਹ ਆਰਟੀਕਲ 15 ਦੀ ਗੱਲ ਹੋ ਗਈ। 14 ਦੇ ਵਿੱਚ ਕਾਨੂੰਨ ਦੇ ਸਾਹਮਣੇ ਸਮਾਨਤਾ। 15 ਦੇ ਵਿੱਚ ਅਸੀਂ ਕਹਾਂਗੇ ਵੀ ਰੰਗ, ਨਸਲ, ਜਾਤ ਦੇ ਆਧਾਰ 'ਤੇ ਕਿਸੇ ਨਾਲ ਭੇਦਭਾਵ ਨਹੀਂ ਕੀਤਾ ਜਾਊਗਾ। ਆਰਟੀਕਲ 16 ਦੇ ਵਿੱਚ ਅਸੀਂ ਗੱਲ ਕਰਾਂਗੇ ਵੀ ਕਿਸੇ ਦੇ ਨਾਲ ਵੀ ਆਪਣਾ ਜਿਹੜਾ ਹੈਗਾ ਗਾ, ਆਰਟੀਕਲ 16 ਦੇ ਵਿੱਚ ਅਸੀਂ ਨੌਕਰੀਆਂ ਦੀ ਗੱਲ ਆ ਗਈ ਹੈ ਨਾ, ਨੌਕਰੀਆਂ ਵਗੈਰਾ ਦੇ ਵਿੱਚ ਮਤਲਬ ਕਿ ਫ਼ਰਕ ਨਹੀਂ ਰੱਖਿਆ ਜਾਣਾ। ਇਹਦਾ ਮਤਲਬ ਇਹ ਬਣ ਗਿਆ ਵੀ ਫ਼ਰਕ ਦਾ ਮਤਲਬ ਹੁਣ ਇਹ ਵੀ ਨਹੀਂ, ਹਰੇਕ ਵੀ ਨਹੀਂ ਕਹਿ ਸਕਦਾ ਨਾ। ਇਹਦਾ ਮਤਲਬ ਇਹ ਆ ਵੀ ਉਸ ਜਿਹੜੇ ਰੁਜ਼ਗਾਰ ਲਈ ਅਸੀਂ ਅਪਲਾਈ ਕਰ ਰਹੇ ਹਾਂ ਉਹਦੀਆਂ ਅਸੀਂ ਕੰਡੀਸ਼ਨ ਦੀ ਸ਼ਰਤਾਂ ਜਿਹੜੀਆਂ ਉਹ ਪੂਰੀਆਂ ਕਰਦੇ ਹੋਈਏ। ਜਿਵੇਂ ਹੁਣ ਆਪਾਂ ਬੀਐਡ ਲਈ ਹਾਂ, ਬੀਐਡ ਲਈ ਪੋਸਟ ਭਰੀਏ ਤਾਂ ਇਹਦੇ ਲਈ ਆਪਣੇ ਲਈ ਕੀ ਜ਼ਰੂਰੀ ਹੈ ਵੀ ਟੈਟ ਪਾਸ ਹੋਈਏ। ਠੀਕ ਹੈ, ਬੀਐਡ ਦੇ ਵਿੱਚੋਂ ਜੋ ਵੀ ਸਬਜੈਕਟ ਵਗੈਰਾ ਜੋ ਵੀ ਮਤਲਬ ਕਿ ਨਿਯਮ ਸ਼ਰਤਾਂ ਉਹ ਪੂਰੀਆਂ ਕਰਦੇ ਹਾਂ ਫਿਰ ਹੈ ਨਾ। ਇਹਦੇ ਵਿੱਚ ਕੋਈ ਭੇਦਭਾਵ ਨਹੀਂ ਜੇਕਰ ਅਸੀਂ ਆਪਣੀਆਂ ਸ਼ਰਤਾਂ ਪੂਰੀਆਂ ਕਰਦੇ ਹਾਂ। ਇਸ ਤਰ੍ਹਾਂ ਫਿਰ ਆਰਟੀਕਲ ਸਾਡੇ ਕੋਲ 17 ਆ ਜਾਂਦਾ ਹੈਗਾ। ਠੀਕ ਆ, 17 ਦੇ ਵਿੱਚ ਛੂਆ-ਛਾਤ ਦੀ ਸਮਾਪਤੀ, ਅਨਟੱਚੇਬਲ ਜਿਹਨੂੰ ਕਹਿੰਦੇ ਰਹੇ ਆਪਾਂ ਨਾ, ਵੀ ਕਿਸੇ ਨਾਲ ਜਾਤ ਦੇ ਆਧਾਰ 'ਤੇ ਅਤੇ ਛੂਆ-ਛਾਤ ਦੀ ਸਮਾਪਤੀ ਇੱਥੇ ਮਤਲਬ ਕਿ ਇੱਦਾਂ ਦਾ ਅੱਜ ਸਾਡੇ ਦੇਸ਼ ਦੇ ਵਿੱਚ ਇਹੋ ਜਿਹਾ ਕੋਈ ਜਾਤੀ ਆਧਾਰ 'ਤੇ ਕਿਸੇ ਨਾਲ ਵੀ ਜਾਂ ਇਹ ਮੇਰੇ ਨਾਲ ਟੱਚ ਹੋ ਗਿਆ ਜੀ, ਛੂਹ ਗਿਆ ਜੀ, ਉਹ ਚੀਜ਼ਾਂ ਦਾ ਮਤਲਬ ਕਿ ਖਤਮ ਨੇ ਹੁਣ ਮੁਲਕ ਦੇ ਵਿੱਚੋਂ। ਠੀਕ ਹੈ ਜੀ, ਨੈਕਸਟ ਸਾਡੇ ਕੋਲ ਅਧਿਕਾਰ ਦੇ ਵਿੱਚ ਆਉਂਦਾ ਹੈਗਾ ਇੰਪੋਰਟੈਂਟ ਆ 18। ਠੀਕ ਆ, ਜਿਹਦੇ ਵਿੱਚ ਉਪਾਧੀਆਂ ਦਾ ਖਾਤਮਾ ਕੀਤਾ ਗਿਆ ਹੈਗਾ। ਹੁਣ ਦੇਖੋ ਉਪਾਧੀਆਂ ਦਾ ਖਾਤਮਾ ਦਾ ਮਤਲਬ ਇਹ ਬਣ ਗਿਆ, ਇਹਨੂੰ ਸਮਝੋ। ਆਪਾਂ ਨੂੰ ਇਹ ਪਤਾ ਤਾਂ ਸੀਗਾ ਵੀ ਉਪਾਧੀਆਂ ਦਾ ਖਾਤਮਾ, ਪਰ ਇਹਨੂੰ ਥੋੜ੍ਹਾ ਜਿਹਾ ਇੱਦਾਂ ਸਮਝੋ ਵੀ ਉਪਾਧੀਆਂ ਦਾ ਖਾਤਮਾ ਕਿਵੇਂ, ਕਿਹੜੇ ਉਪਾਧੀਆਂ ਦੇ ਖਾਤਮੇ ਦੀ ਗੱਲ ਕੀਤੀ ਗਈ ਹੈ ਨਾ। ਇਹਦੀ ਦੇਖੋ ਜਿਵੇਂ ਹੁਣ ਕੇਸਰੇ ਹਿੰਦ ਹੈ ਨਾ, ਆਪਾਂ ਪੜ੍ਹਦੇ ਰਹੇ ਨਾ ਵੀ ਕੇਸਰੇ ਹਿੰਦ ਜੀ, ਜਾਂ ਹੋਰ ਮੂਹਰੇ ਨਾਲ ਲਾਉਣ ਦੇ ਬਾਬਾ ਸਾਹਿਬ, ਦਾਦਾ ਸਾਹਿਬ ਹੈ ਨਾ, ਵੀ ਇਹ ਉਪਾਧੀ ਮਿਲੀ ਹੈ। ਉਹ ਚੀਜ਼ਾਂ ਖਤਮ ਨੇ ਆਰਟੀਕਲ। ਕਿਹਨਾਂ ਨੂੰ ਛੱਡ ਕੇ? ਦੇਖੋ ਇਕੱਲੀ ਸਿੱਖਿਆ ਦੇ ਵਿੱਚ ਅਤੇ ਸੈਨਾ ਦੇ ਵਿੱਚ, ਇਹ ਦੋ ਲਾਈਨਜ਼ ਨੂੰ ਛੱਡ ਕੇ ਬਾਕੀ ਉਪਾਧੀਆਂ ਦਾ ਖਾਤਮਾ ਕਰ ਦਿੱਤਾ ਗਿਆ ਹੈਗਾ। ਠੀਕ ਹੈ, ਇਕੱਲੀ ਸਿੱਖਿਆ ਦੇ ਵਿੱਚ। ਹੁਣ ਸਿੱਖਿਆ ਦੇ ਵਿੱਚ ਦੇਖੋ ਉਪਾਧੀ ਕਿਵੇਂ ਵੀ ਨਾਂ ਦੇ ਅੱਗੇ ਤੁਸੀਂ ਜੇਕਰ PhD ਕਰ ਲਈ ਕਿਸੇ ਸਬਜੈਕਟ ਦੇ ਵਿੱਚ ਤਾਂ ਤੁਸੀਂ ਆਪਣੇ ਨਾਮ ਦੇ ਅੱਗੇ ਡਾਕਟਰ ਲਗਾ ਸਕਦੇ ਹੋ। ਜੇਕਰ ਕੋਈ ਇੰਜੀਨੀਅਰਿੰਗ ਦਾ ਡਿਪਲੋਮਾ ਵਗੈਰਾ ਕੀਤਾ ਤਾਂ ਮੂਹਰੇ ਆਪਣੇ ਨਾਮ ਦੇ ਨਾਲ ਇੰਜੀਨੀਅਰ ਲਾ ਸਕਦੇ ਹੋ। ਠੀਕ ਹੈ, ਸਿੱਖਿਆ ਦੇ ਖੇਤਰ ਦੇ ਵਿੱਚ ਇਹ ਮਤਲਬ ਕਿ ਉਹਦੇ ਵਗੈਰਾ ਤੁਸੀਂ ਆਪਣੀ ਸਟੱਡੀ ਦੇ ਮੁਤਾਬਕ ਅੱਗੇ ਲਾ ਸਕਦੇ ਹੋ। ਇਸ ਤਰ੍ਹਾਂ ਸੈਨਾ ਦੇ ਵਿੱਚ ਜਿਵੇਂ ਸੂਬੇਦਾਰ, ਬ੍ਰਿਗੇਡੀਅਰ, ਲੈਫਟੀਨੈਂਟ ਕਰਨਲ, ਜੋ ਵੀ ਰੈਂਕ ਵਗੈਰਾ ਆਰਮੀ ਦੇ ਵਿੱਚ ਹੁੰਦੇ ਨੇ ਉਹਨਾਂ ਦੇ ਅੱਗੇ ਉਹ ਲਗਾਏ ਜਾਣਗੇ, ਇਹਨਾਂ ਦੋ ਨੂੰ ਛੱਡ ਕੇ। ਠੀਕ ਹੈ, ਕਿਸੇ ਵਿਦੇਸ਼ੀਆਂ ਦੇ ਕੋਲੋਂ, ਕਿਸੇ ਵਿਦੇਸ਼ੀ ਸਰਕਾਰ ਦੇ ਕੋਲੋਂ ਕੋਈ ਅਹੁਦੇ ਜਾਂ ਰੁਤਬੇ ਆ ਜਿਹੜੇ ਉਹ ਨਹੀਂ ਲਏ ਜਾਣਗੇ। ਪਰ ਇਹ ਹੋਰ ਡੀਪਲੀ ਚਲੀਆਂ ਜਾਂਦੀਆਂ ਨੇ ਗੱਲਾਂ। ਰਾਸ਼ਟਰਪਤੀ ਦੀ ਮਨਜ਼ੂਰੀ ਨਾਲ ਲੈ ਵੀ ਸਕਦੇ, ਪਰ ਸਾਨੂੰ ਇੰਨਾ ਡੀਪਲੀ ਪੜ੍ਹਨ ਦੀ ਜਿਹੜੀ ਲੋੜ ਆ ਉਹ ਨਹੀਂ ਬਣਦੀ। ਸੋ ਆਰਟੀਕਲ 14 ਤੋਂ 18 ਦੇ ਵਿੱਚ ਆਪਾਂ ਸਮਾਨਤਾ ਦੇ ਅਧਿਕਾਰ ਦੀ ਗੱਲ ਕੀਤੀ ਹੈ। ਠੀਕ ਹੈ, 14 ਤੋਂ 18। ਠੀਕ ਹੈ, ਇਹਦੇ 'ਚ ਨਾ ਮੈਂ ਇੱਕ ਟ੍ਰਿਕ ਬਣਾਈ ਹੈ। ਜੇਕਰ ਤੁਸੀਂ 14 ਤੋਂ 18 ਜੇਕਰ ਤੁਸੀਂ ਨਾ, ਮੈਂ ਨਾ ਲਿਖਿਆ ਹੋਇਆ ਹੈਗਾ ਕਰਨ ਸਿਉ। ਕਰਨ ਸਿਉ ਜਿਵੇਂ ਆਪਾਂ ਪੰਜਾਬੀ 'ਚ ਨਾਮ ਨਹੀਂ ਲੈ ਲੈਂਦੇ ਆਪ ਹੀ, ਫਲਾਨਾ ਸਿੰਘ, ਫਲਾਨਾ ਸਿਉ ਹੈ ਨਾ, ਇੱਦਾਂ ਤੁਸੀਂ ਇੱਕ ਆਹ ਸ਼ਬਦ ਯਾਦ ਰੱਖਣਾ ਹੈਗਾ। 5 ਅੱਖਰ ਨੇ ਅਤੇ 5 ਇਹਦੇ ਵਿੱਚ ਆਰਟੀਕਲ ਆਉਂਦੇ ਨੇ। ਕਰਨ ਸਿਉ, ਜਿਵੇਂ ਹੁਣ ਕੱਕਾ ਕਾਨੂੰਨ ਦੇ ਸਾਹਮਣੇ ਸਮਾਨਤਾ 14 ਦੇ ਵਿੱਚ ਆ। 15 ਰਾਰੇ 'ਤੇ ਰੰਗ, ਬਸ ਠੀਕ ਹੈ, ਰੰਗ, ਨਸਲ, ਜਾਤ ਦੇ ਆਧਾਰ 'ਤੇ ਭੇਦਭਾਵ ਨਹੀਂ। ਨੰਨਾ 16, ਨੰਨਾ ਆ ਗਿਆ ਇੱਥੇ, ਨੰਨੇ 'ਤੇ 16 ਲਿਖ ਲਓ। 16 ਆਰਟੀਕਲ ਦੇ ਵਿੱਚ ਆ ਵੀ ਨੌਕਰੀਆਂ ਦਾ ਮਤਲਬ ਕਿ ਸਾਰਿਆਂ ਨੂੰ ਸਮਾਨਤਾ। 17 ਛੱਛਾ ਪਾਇਆ ਹੋਇਆ, 17 'ਤੇ ਛੂਆ-ਛਾਤ, ਊੜੇ ਨੂੰ ਹੋੜਾ ਪਾਇਆ ਇੱਥੇ। 18 ਉਪਾਧੀਆਂ ਦਾ ਖਾਤਮਾ। ਠੀਕ ਆ, ਤੁਸੀਂ ਇਸ ਟ੍ਰਿਕ ਦੇ ਨਾਲ ਵੀ ਜੇਕਰ ਉਂਝ ਯਾਦ ਰੱਖ ਸਕਦੇ ਹੋ ਤਾਂ ਬੈਸਟ ਆ। ਫਿਰ ਵੀ ਤੁਸੀਂ ਨਾਲ ਆਪਦੇ ਨੋਟ ਡਾਊਨ ਕਰ ਲਿਓ। ਉੱਥੇ ਕਰਨ ਸਿਉ ਲਿਖ ਲਓ, ਉਹਦੇ ਨਾਲ ਫਿਰ ਕੱਕੇ 'ਤੇ 14 ਆ ਜਾਂਦਾ, ਕਾਨੂੰਨ ਦੇ ਸਾਹਮਣੇ ਸਮਾਨਤਾ। ਅਰਾਰੇ 'ਤੇ 15 ਰੰਗ ਦਾ ਫਰਕ ਨਹੀਂ ਕਰਾਂਗੇ। ਨੰਨੇ 'ਤੇ 16 ਆ ਜਾਂਦਾ ਹੈਗਾ। ਠੀਕ ਹੈ, ਇੱਦਾਂ ਕਰਕੇ ਵੀ ਮਤਲਬ ਕਿ ਆਪਾਂ ਇਹਨੂੰ ਯਾਦ ਕਰ ਸਕਦੇ ਹਾਂ। ਸੋ ਆਸ ਕਰਦਾ, ਉਮੀਦ ਕਰਦਾ ਕਿ ਸਮਾਨਤਾ ਦਾ ਅਧਿਕਾਰ ਆਰਟੀਕਲ 14 ਤੋਂ 15 ਦੇ ਵਿੱਚ ਹੈ ਜਿਹੜਾ ਆਪਾਂ ਠੀਕ ਹੈ ਡਿਸਕਸ ਕੀਤਾ, ਤੁਹਾਡੇ ਚੰਗੀ ਤਰ੍ਹਾਂ ਸਮਝ ਪਿਆ ਹੋਵੇਗਾ। ਨੈਕਸਟ ਆਉਂਦਾ ਸਾਡੇ ਕੋਲ ਸੁਤੰਤਰਤਾ ਦਾ ਅਧਿਕਾਰ। ਠੀਕ ਆ, ਇਹਨੂੰ ਦੇਖੋ ਜਿਹੜਾ ਸੁਤੰਤਰਤਾ ਦਾ ਅਧਿਕਾਰ ਆ ਇਹ ਆਰਟੀਕਲ 19 ਤੋਂ 22 ਦੇ ਵਿੱਚ। ਹੁਣ ਜਿਹੜਾ ਆਰਟੀਕਲ 19 ਆ ਇਹਨੂੰ ਨਾ ਭਾਰਤੀ ਮਤਲਬ ਕਿ ਮੌਲਿਕ ਅਧਿਕਾਰਾਂ ਦਾ ਬੈਕਬੋਨ ਵੀ ਕਿਹਾ ਗਿਆ ਹੈਗਾ ਹੈ ਨਾ। ਡਾਕਟਰ ਅੰਬੇਦਕਰ ਜੀ ਨੇ ਇਹਨੂੰ ਨਾ ਮੌਲਿਕ ਅਧਿਕਾਰਾਂ ਦੀ ਬੈਕਬੋਨ ਆ ਜਿਹੜਾ ਉਹ ਕਿਹਨੂੰ ਕਿਹਾ ਹੈਗਾ? ਸਾਡੇ ਆਰਟੀਕਲ 19 ਨੂੰ ਕਿਹਾ ਹੈਗਾ ਹੈ ਨਾ। ਇਹਦੇ ਵਿੱਚ ਤੁਸੀਂ ਇਹ ਗੱਲ ਨੂੰ ਯਾਦ ਰੱਖਣਾ ਗਾ ਵੀ ਕਿਉਂ ਕਿਹਾ ਗਿਆ, ਕਿਉਂਕਿ ਦੇਖੋ ਇਹਦੇ ਵਿੱਚ ਸਾਨੂੰ ਮੇਨ ਸੁਤੰਤਰਤਾਵਾਂ ਨੇ ਜਿਹੜੀ ਆਜ਼ਾਦੀ ਹੈ ਉਹਦੀ ਗੱਲ ਆ ਜਿਹੜੀ ਉਹ ਕੀਤੀ ਗਈ ਆ। ਇਹਦੇ ਵਿੱਚ ਹੁਣ ਸਾਨੂੰ ਦੇਖੋ 6 ਤਰ੍ਹਾਂ ਦੀ ਜਿਹੜੀ ਸੁਤੰਤਰਤਾ ਹੈਗੀ ਨਾ ਆਰਟੀਕਲ 19 ਦੇ ਵਿੱਚ ਸਾਨੂੰ ਉਹ ਪ੍ਰਦਾਨ ਕਰਵਾਈ ਗਈ ਹੈ। ਠੀਕ ਆ, ਉਹ ਯਾਦ ਰੱਖਣਾ ਸੀ ਸਭ ਨੇ। ਅਤੇ ਜਿਵੇਂ 19A ਇਹਦੇ ਵੀ ਫਿਰ ਉਪਖੰਡ ਬਣ ਜਾਂਦੇ ਨੇ। 19A ਦੇ ਵਿੱਚ ਨਾ ਇਹਨੂੰ ਵੀ ਆਪਾਂ ਇੱਕ ਟ੍ਰਿਕ ਬਣਾ ਕੇ ਦੇਖ ਲੈਂਦੇ ਹਾਂ। ਦੇਖੋ ਜਿਵੇਂ ਨਾ
ਇਹ 6 ਤਰ੍ਹਾਂ ਦੀ ਸੁਤੰਤਰਤਾ ਗਈ। ਹੁਣ ਜਿਵੇਂ 19A ਦੇ ਵਿੱਚ ਕੀ ਹੈ, ਜਿਵੇਂ ਭਾਸ਼ਣ ਦੇਣਾ, ਪ੍ਰੈਸ ਵਗੈਰਾ ਦੀ ਆਜ਼ਾਦੀ ਹੈ ਸਾਨੂੰ, ਠੀਕ ਹੈ, ਇਹ ਚੀਜ਼ ਮਿਲੀ ਹੋਈ ਹੈ 19A ਦੇ ਵਿੱਚ। ਫਿਰ 19B ਮੀਨਜ਼ ਕਿ ਬਿਨਾਂ ਹਥਿਆਰਾਂ ਤੋਂ ਇਕੱਠੇ ਹੋਣ ਦੀ ਸਾਨੂੰ ਆਜ਼ਾਦੀ ਹੈ, ਹੈ ਨਾ, ਸ਼ਾਂਤਮਈ ਢੰਗ ਨਾਲ। ਫਿਰ 19C ਦੇ ਵਿੱਚ ਕੀ ਹੈਗਾ, ਠੀਕ ਹੈ, ਸੰਘ ਬਣਾਉਣ ਦੀ, ਮਤਲਬ ਕਿ ਆਪਦੇ ਕੋਈ ਸਮੂਹ ਵਗੈਰਾ ਜਾਂ ਕਮੇਟੀਆਂ ਵਗੈਰਾ ਬਣਾ ਸਕਦੇ ਹਾਂ। 19D ਦੀ ਡੋਰ ਟੂ ਡੋਰ ਘੁੰਮਣਾ। ਹੁਣ ਡੋਰ ਟੂ ਡੋਰ ਦਾ ਮਤਲਬ ਇਹ ਵੀ ਘਰਾਂ 'ਚ ਨਹੀਂ ਵੱਢਦੇ ਫਿਰਨਾ ਲੋਕਾਂ ਦੇ, ਡੋਰ ਟੂ ਡੋਰ ਮਤਲਬ ਕਿ ਘੁੰਮਣਾ, ਇਹਦਾ ਮਤਲਬ ਡੋਰ ਵੀ ਪੂਰੇ ਮੁਲਕ ਦੇ ਵਿੱਚ ਅਸੀਂ ਜਿੱਥੇ ਮਰਜ਼ੀ ਘੁੰਮ ਫਿਰ ਸਕਦੇ ਹਾਂ। ਫਿਰ ਠੀਕ ਹੈ, ਇਸੇ ਤਰ੍ਹਾਂ ਆਰਟੀਕਲ ਇਹਦੇ ਜਿਹੜਾ 19 ਇਹਦੇ ਵਿੱਚ ਵੀ ਸਾਨੂੰ ਹੈਗਾ ਗਾ 19E, ਇਹਦੇ ਵਿੱਚ ਕੀ ਸਾਨੂੰ ਕਿਹਾ ਗਿਆ ਗਾ ਵੀ ਕਿਤੇ ਵੀ ਨਿਵਾਸ ਕਰ ਸਕਦੇ ਹਾਂ ਅਸੀਂ ਰਹਿਣ ਦੀ, ਹੈ ਨਾ। ਅਤੇ F ਆ ਜਿਹੜਾ, ਉਹਦੇ ਵਿੱਚ ਮਤਲਬ ਕਿ ਨਾ ਸਾਨੂੰ ਉਹ ਅਧਿਕਾਰ ਸੀ ਜਿਹੜਾ ਸੰਪਤੀ ਵਗੈਰਾ ਖਰੀਦਣ ਵੇਚਣ ਦਾ ਅਧਿਕਾਰ ਸੀ, ਉਹ ਖਾਰਜ ਕਰ ਦਿੱਤਾ ਗਿਆ। ਅਤੇ ਫਿਰ G ਆ ਜਿਹੜਾ 19G, ਇਹਦੇ ਵਿੱਚ ਰੁਜ਼ਗਾਰ ਦੀ ਸੁਤੰਤਰਤਾ ਜਿਹੜੀ ਉਹ ਦਿੱਤੀ ਗਈ ਹੈ, ਠੀਕ ਹੈ। ਇਹਦੇ ਵਿੱਚ ਉਹ ਵੱਖਰੀ ਗੱਲ ਆ ਕਿ ਫਿਰ ਜੇ ਇਹਨੂੰ ਇਹਦੇ ਵਿੱਚ ਕੁਛ ਉਪਬੰਧ ਵੀ ਬਣ ਜਾਂਦੇ ਨੇ, ਜਿਵੇਂ ਹੁਣ ਜੇ ਰੁਜ਼ਗਾਰ ਦੀ ਸੁਤੰਤਰਤਾ, ਫਿਰ ਇਹਦੀ ਵੀ ਵਿਆਖਿਆ ਬਣ ਜਾਂਦੀ ਹੈ ਵੀ ਅਸੀਂ ਸਿਰਫ ਅਜਿਹਾ ਰੁਜ਼ਗਾਰ ਹੀ ਕਰ ਸਕਦੇ ਹਾਂ ਜਿਹੜਾ ਸਮਾਜ ਦੀ ਭਲਾਈ ਲਈ ਹੋਵੇ। ਹੁਣ ਜੇਕਰ ਇੱਦਾਂ ਹੀ ਦੇਖੀਏ ਵੀ ਰੁਜ਼ਗਾਰ ਦੀ ਪ੍ਰਾਪਤੀ ਦੀ ਸੁਤੰਤਰਤਾ ਵੀ ਅਸੀਂ ਆਪਣਾ ਰੁਜ਼ਗਾਰ ਲਈ ਕੋਈ ਵੀ ਕੰਮ ਧੰਦਾ ਕਰ ਸਕਦੇ, ਨਹੀਂ, ਅਜਿਹਾ ਨਹੀਂ। ਇਹ ਨਹੀਂ ਵੀ ਆਪਣੀ ਮਰਜ਼ੀ ਨਾਲ ਤੁਸੀਂ ਕੋਈ ਇੱਥੇ ਕੋਈ ਸ਼ਰਾਬ ਵੇਚੀ ਜਾਵੇ, ਕੋਈ ਨਸ਼ੇ ਵੇਚੀ ਜਾਵੇ, ਇੱਦਾਂ ਨਹੀਂ ਵੀ ਅਸੀਂ ਕਹਾਂਗੇ ਸੰਵਿਧਾਨ ਨੇ ਸਾਨੂੰ ਕਿਹਾ ਵੀ ਰੁਜ਼ਗਾਰ ਦੀ ਪ੍ਰਾਪਤੀ, ਨਹੀਂ, ਅਸੀਂ ਅਜਿਹਾ ਰੁਜ਼ਗਾਰ ਨਹੀਂ ਕਰ ਸਕਦੇ ਜਿਹੜਾ ਕਿਸੇ ਦੂਸਰੇ ਦੇ ਲਈ, ਕਿਸੇ ਵਿਅਕਤੀ ਦੇ ਲਈ, ਕਿਸੇ ਪਰਿਵਾਰ ਦੇ ਲਈ, ਕਿਸੇ ਸਮਾਜ ਦੇ ਲਈ ਘਾਤਕ ਸਿੱਧ ਹੋਵੇ। ਉਹ ਰੁਜ਼ਗਾਰ ਨਹੀਂ ਅਸੀਂ ਕਰ ਸਕਦੇ। ਸਿਰਫ ਅਜਿਹੇ ਰੁਜ਼ਗਾਰ ਹੀ ਕਰ ਸਕਦੇ ਹਾਂ ਜਿਨ੍ਹਾਂ ਨੂੰ ਸਮਾਜ ਜਾਂ ਕਾਨੂੰਨ ਮਾਨਤਾ ਦਿੰਦਾ ਗਾ, ਠੀਕ ਹੈ ਜੀ। 19 ਦੇ ਵਿੱਚ ਅਸੀਂ ਜਿਹੜੀ ਗੱਲਬਾਤ ਹੈਗੀ ਇਹਦੇ ਰਿਲੇਟਡ ਕੀਤੀ ਹੈ। 19 ਦੇ ਵਿੱਚ ਸਾਨੂੰ ਸੁਤੰਤਰਤਾਵਾਂ ਮਿਲਦੀਆਂ ਨੇ, ਕਿੰਨੀਆਂ? 6। ਬੈਕਬੋਨ ਕਿਹਾ ਜਾਂਦਾ ਗਾ ਮੌਲਿਕ ਅਧਿਕਾਰਾਂ ਦੀ, ਕਿਹੜੇ ਆਰਟੀਕਲ ਨੂੰ? 19 ਨੂੰ। ਨੈਕਸਟ ਗੱਲ ਕਰਦੇ ਹਾਂ ਆਰਟੀਕਲ 20 ਦੀ। ਇਹਦੇ ਵਿੱਚ ਕੀ ਹੈਗਾ, ਅਪਰਾਧਾਂ ਦੀ ਗ੍ਰਿਫਤਾਰੀ ਪ੍ਰਤੀ ਸਾਨੂੰ ਅਧਿਕਾਰ ਮਿਲੇ ਹੋਏ ਆ। ਜਦੋਂ ਕਿਸੇ ਵਿਅਕਤੀ ਦੀ ਗ੍ਰਿਫਤਾਰੀ ਹੁੰਦੀ ਹੈ ਨਾ, ਉਦੋਂ ਉਹਨੂੰ ਅਧਿਕਾਰ ਨੇ ਕੁਝ ਕੁ। ਉਹ ਕਿਹੜੇ ਅਧਿਕਾਰ ਨੇ ਆਪਾਂ ਉਹਦੀ ਗੱਲ ਕਰ ਲੈਂਦੇ ਹਾਂ। ਹੁਣ ਆਰਟੀਕਲ 20 ਦੇ ਵਿੱਚ ਅਸੀਂ ਮੋਟੇ ਤੌਰ 'ਤੇ ਤਾਂ ਇਹ ਕਹਿ ਸਕਦੇ ਹਾਂ ਵੀ ਗ੍ਰਿਫਤਾਰ ਸੰਬੰਧੀ ਅਧਿਕਾਰ, ਪਰ ਇਹਦੇ ਫਿਰ ਉਪਖੰਡ ਨੇ, 3 ਉਪਖੰਡ ਨੇ ਇਹਦੇ ਵਿੱਚ। ਤਿੰਨਾਂ ਦੇ ਵਿੱਚ ਵੱਖਰੀ ਵੱਖਰੀ ਗੱਲ ਇਹਨੇ ਲਿਖੀ ਹੋਈ ਹੈ। ਜਿਵੇਂ ਕਿਸੇ ਵਿਅਕਤੀ ਨੂੰ ਉਨਾ ਚਿਰ ਦੋਸ਼ੀ ਨਹੀਂ ਮੰਨਿਆ ਜਾਊਗਾ ਜਿੰਨਾ ਟਾਈਮ ਉਹਨੇ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ। ਕਹਿਣ ਦਾ ਮਤਲਬ ਜੇਕਰ ਉਹ ਕੋਈ ਜੁਰਮ ਕਰਦਾ ਤਾਂ ਉਸ ਜੁਰਮ ਦੇ ਰਿਲੇਟਡ ਕੋਈ ਐਕਟ ਬਣਿਆ ਹੋਣਾ ਚਾਹੀਦਾ, ਫਿਰ ਮਤਲਬ ਕਿ ਉਹਨੂੰ ਮੁਜਰਮ ਬਣਿਆ ਜਾਊ, ਫਿਰ ਕੋਈ ਕਾਨੂੰਨੀ ਕਾਰਵਾਈ ਉਹਦੇ 'ਤੇ ਸ਼ੁਰੂ ਹੋਵੇਗੀ, ਠੀਕ ਹੈ। ਜਿੰਨਾ ਚਿਰ 19A ਆ ਜਿਹੜਾ 20A ਆ ਜਿਹੜਾ, ਉਹ ਇਹ ਵਿਵਸਥਾ ਕਰਦਾ ਵੀ ਉਸੇ ਵਿਅਕਤੀ ਨੂੰ ਮੁਜਰਮ ਮੰਨਿਆ ਜਾਊ ਜੇਕਰ ਉਹ ਕਿਸੇ ਕਾਨੂੰਨ ਦੀ ਉਲੰਘਣਾ ਕਰਦਾ, ਠੀਕ ਹੈ ਜੀ। ਇਸੇ ਤਰ੍ਹਾਂ 20B, ਠੀਕ ਹੈ, ਉਹਦੇ ਵਿੱਚ ਕੀ ਕਿਹਾ ਹੈਗਾ ਕਿ ਦੋਹਰੀ ਸਜ਼ਾ ਨਹੀਂ ਦਿੱਤੀ ਜਾ ਸਕਦੀ। ਇੱਕ ਜੁਰਮ ਦੀ, ਇੱਕ ਗੁਨਾਹ ਦੀ ਕਿਸੇ ਵਿਅਕਤੀ ਨੂੰ ਦੋਹਰੀ ਸਜ਼ਾ ਜਿਹੜੀ ਉਹ ਨਹੀਂ ਦਿੱਤੀ ਜਾ ਸਕਦੀ। ਇਸੇ ਤਰ੍ਹਾਂ ਹੀ ਆਰਟੀਕਲ 20 ਹੈ ਜਿਹੜਾ, ਅਤੇ ਉਹਦਾ C ਪਾਰਟ ਹੈ ਜਿਹੜਾ, ਉਹਦੇ ਵਿੱਚ ਇਹ ਹੈ ਕਿ ਕਿਸੇ ਵਿਅਕਤੀ ਨੂੰ ਉਹਦੇ ਆਪਣੇ ਹੀ ਵਿਰੋਧ ਦੇ ਵਿੱਚ ਇਹ ਨਹੀਂ ਕਿਹਾ ਜਾ ਸਕਦਾ ਕਿ ਤੂੰ ਮਤਲਬ ਕਿ ਉਹ ਕਰ ਵੀ ਆਪਣੇ ਵਿਰੁੱਧ ਗਵਾਹੀ ਦੇਣ ਲਈ ਮਜਬੂਰ ਉਹਨੂੰ ਨਹੀਂ ਕੀਤਾ ਜਾ ਸਕਦਾ, ਠੀਕ ਹੈ। ਆਰਟੀਕਲ 20 ਦੇ ਵਿੱਚ ਇਹ ਗੱਲਾਂ ਬਾਤਾਂ ਜਿਹੜੀਆਂ ਉਹ ਲਿਖੀਆਂ ਹੋਈਆਂ ਨੇ। ਇਸ ਤਰ੍ਹਾਂ 21, ਹੁਣ 21 ਦੀ ਗੱਲ ਕਰਦੇ ਹਾਂ, ਉਹਦੇ ਇੰਪੋਰਟੈਂਟ ਆ ਜੀਵਨ ਦੀ ਦਾ ਅਧਿਕਾਰ ਆ ਸਾਨੂੰ ਉਹ ਮਿਲਿਆ ਹੋਇਆ, ਠੀਕ ਹੈ ਜੀ। ਜੀਵਨ ਦਾ ਅਧਿਕਾਰ ਆ ਜਿਹੜਾ ਉਹ ਆਰਟੀਕਲ 21 ਦੇ ਵਿੱਚ ਆ। ਅਤੇ ਆਰਟੀਕਲ 21A ਹੈ ਜਿਹੜਾ, 21A, ਇਹਦੇ ਵਿੱਚ ਨਾ ਸਿੱਖਿਆ ਦਾ ਅਧਿਕਾਰ ਆ ਜਿਹੜਾ ਉਹ ਦਿੱਤਾ ਗਿਆ, ਇਹ ਇੰਪੋਰਟੈਂਟ ਆ, ਠੀਕ ਹੈ ਜੀ। ਇਹ ਕਦੋਂ ਮਿਲਿਆ ਗਾ? 86ਵੀਂ, ਠੀਕ ਹੈ। ਇਹ ਜਿਹੜਾ ਹੈਗਾ ਗਾ 86ਵੀਂ ਸੋਧ ਆ, 86 ਨੰਬਰ ਸੋਧ। ਸਾਲ ਕਿਹੜਾ ਸੀਗਾ? 2002। ਕੀ ਸੀ ਇਹਦੇ ਵਿੱਚ? 6 ਤੋਂ 14 ਸਾਲ ਦੀ ਉਮਰ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਲਾਜ਼ਮੀ ਸਿੱਖਿਆ ਦਾ ਅਧਿਕਾਰ ਹੈ ਜਿਹੜਾ ਉਹ ਮੁਹੱਈਆ ਕਰਵਾਇਆ ਗਿਆ ਸੀਗਾ ਜੀ, ਆਰਟੀਕਲ 21A ਦੇ ਵਿੱਚ। ਇਹ ਇੰਪੋਰਟੈਂਟ ਆ ਅਤੇ ਇਸ ਨੂੰ ਧਿਆਨ ਦੇ ਵਿੱਚ ਰੱਖਿਓ। ਨੈਕਸਟ ਆਉਂਦਾ ਗਾ ਸਾਡੇ ਕੋਲ ਆਰਟੀਕਲ 22, ਠੀਕ ਹੈ। ਇਹਦੇ ਵਿੱਚ ਵੀ ਇਹ ਚੀਜ਼ਾਂ ਦੱਸੀਆਂ ਹੋਈਆਂ ਨੇ ਵੀ ਕਿਸੇ ਵਿਅਕਤੀ ਨੂੰ ਬਿਨਾਂ ਕਾਰਨ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ। ਗ੍ਰਿਫਤਾਰ ਕੀਤਾ ਹੋਇਆ ਵਿਅਕਤੀ ਹੈ ਜਿਹੜਾ ਉਹਨੂੰ 24 ਘੰਟੇ ਦੇ ਅੰਦਰ ਅੰਦਰ ਕਿਸੇ ਨਜ਼ਦੀਕੀ ਦੀ ਅਦਾਲਤ ਹੈ ਜਿਹੜੀ, ਕਿਸੇ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਨਾ ਹੋਊਗਾ। ਕਿਸੇ ਅਜਿਹੇ ਵਿਅਕਤੀ ਨੂੰ ਮਤਲਬ ਕਿ ਆਪਣੀ ਮਨਪਸੰਦੀ ਦਾ ਵਕੀਲ ਆ ਜਿਹੜਾ ਉਹ ਕਰਨ ਦਾ ਅਧਿਕਾਰ ਆ ਜਿਹੜਾ ਉਹ ਦਿੱਤਾ ਜਾਊਗਾ, ਠੀਕ ਹੈ। ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਰਾਤ ਨੂੰ ਹਵਾਲਾਤ ਦੇ ਵਿੱਚ ਮਤਲਬ ਕਿ ਰੱਖਿਆ ਨਹੀਂ ਜਾ ਸਕਦਾ। ਇਹ ਉਪਬੰਧ ਨੇ ਜਿਹੜੇ ਆਰਟੀਕਲ 22 ਦੇ ਵਿੱਚ ਨੇ, ਠੀਕ ਹੈ। ਫਿਰ ਆਪਾਂ ਦੇਖ ਲਈਏ ਵੀ 19 ਤੋਂ 22 ਦੇ ਵਿੱਚ ਸਾਨੂੰ ਸੁਤੰਤਰਤਾ ਦਾ ਅਧਿਕਾਰ ਆ। 19 ਦੇ ਵਿੱਚ ਅਸੀਂ 6 ਤਰ੍ਹਾਂ ਦੀ ਜਿਹੜੀ ਸੁਤੰਤਰਤਾ ਹੈਗੀ ਉਹ ਪੜ੍ਹੀ ਹੈ। 20 ਦੇ ਵਿੱਚ ਅਸੀਂ ਮਤਲਬ ਕਿ ਗ੍ਰਿਫਤਾਰੀ ਨਾਲ ਰਿਲੇਟਡ ਕੁਝ ਕੁ ਜਿਹੜੀਆਂ ਸਾਨੂੰ 3 ਤਰ੍ਹਾਂ ਦੀ ਸਹੂਲਤਾਂ ਮਿਲਦੀਆਂ ਉਹਦੀ ਗੱਲ ਕੀਤੀ ਹੈ। 21 ਦੇ ਵਿੱਚ ਸਾਨੂੰ ਮਤਲਬ ਕਿ ਆਪਣਾ ਜਿਹੜਾ ਜੀਵਨ ਦਾ ਅਧਿਕਾਰ ਆ। 21A ਦੇ ਵਿੱਚ ਸਾਨੂੰ 86ਵੀਂ ਸੋਧ ਦੇ ਰਾਹੀਂ ਜਿਹੜਾ ਸਿੱਖਿਆ ਦਾ ਅਧਿਕਾਰ ਆ, 6 ਤੋਂ ਲੈ ਕੇ 14 ਸਾਲ ਤੱਕ ਦੇ ਬੱਚੇ ਆ ਜਿਹੜੇ ਉਹਨਾਂ ਨੂੰ ਮੁਫਤ ਸਿੱਖਿਆ ਮਿਲਦੀ ਹੈ। 22 ਦੇ ਵਿੱਚ ਫਿਰ ਗ੍ਰਿਫਤਾਰੀ ਨਾਲ ਰਿਲੇਟਡ ਕੁਝ ਕੁ ਬੰਦ ਕੀਤੇ ਗਏ ਨੇ, ਜਿਵੇਂ 24 ਘੰਟਿਆਂ ਦੇ ਵਿੱਚ
ਕਿਸੇ ਨਜ਼ਦੀਕੀ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਗ੍ਰਿਫਤਾਰ ਕੀਤੇ ਵਿਅਕਤੀ ਨੂੰ ਉਹ ਵਕੀਲ ਨੂੰ ਕਰਾ ਸਕਦਾ ਗਾ, ਠੀਕ ਹੈ ਜੀ। ਅਤੇ ਨੈਕਸਟ ਇਹਦੇ ਵਿੱਚ ਮਤਲਬ ਕਿ ਜਿਹੜੀਆਂ ਔਰਤਾਂ ਹੁੰਦੀਆਂ ਨੇ ਉਹਨਾਂ ਨੂੰ ਹਵਾਲਾਤ 'ਚ ਨਹੀਂ ਰੱਖਿਆ ਜਾਊਗਾ। ਇਹ 19 ਤੋਂ 22 ਆਰਟੀਕਲ ਦੇ ਵਿੱਚ ਗੱਲਬਾਤ ਹੈ ਜਿਹੜੀ ਉਹ ਕੀਤੀ ਹੈ। ਨੈਕਸਟ ਅਸੀਂ ਦੇਖਦੇ ਹਾਂਗੇ ਸ਼ੋਸ਼ਣ ਵਿਰੁੱਧ ਅਧਿਕਾਰ ਆਉਂਦਾ ਸਾਡੇ ਕੋਲ ਆਰਟੀਕਲ 23 ਤੋਂ 24, ਠੀਕ ਹੈ, ਕਾਫੀ ਮਹੱਤਵਪੂਰਨ ਹੈ ਇਹ। ਆਰਟੀਕਲ 23 ਹੈ, ਦੇਖੋ ਜਿਹੜਾ ਇਹਦੇ ਵਿੱਚ ਕੀ ਕਿਹਾ ਵੀ ਕਿਸੇ ਵੀ ਵਿਅਕਤੀ ਨੂੰ ਖਰੀਦਿਆ ਜਾਂ ਵੇਚਿਆ ਨਹੀਂ ਜਾਵੇਗਾ। ਜਿਵੇਂ ਪਹਿਲਾਂ ਅਸੀਂ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ, ਜਿਵੇਂ ਗੁਲਾਮ ਪ੍ਰਥਾ ਹੁੰਦੀ ਸੀ ਨਾ, ਉਹਨਾਂ ਨੂੰ ਖਰੀਦ ਲੈਣਾ ਵੇਚ ਲੈਣਾ ਇਹ ਚੀਜ਼ਾਂ ਚੱਲਦੀਆਂ, ਨਹੀਂ ਹੁਣ ਨਹੀਂ ਹੋਵੇਗਾ। ਕਿਸੇ ਵੀ ਵਿਅਕਤੀ ਨੂੰ ਖਰੀਦਿਆ ਜਾਂ ਵੇਚਿਆ ਨਹੀਂ ਜਾਵੇਗਾ, ਆਰਟੀਕਲ 23 ਦੇ ਵਿੱਚ ਕਿਹਾ ਹੈਗਾ। 24 ਦੇ ਵਿੱਚ ਕਿਹੜੀ ਗੱਲ ਕਹੀ ਹੈ? 24 ਦੇ ਵਿੱਚ ਇਹ ਕਿਹਾ ਹੈਗਾ ਵੀ 14 ਸਾਲ ਤੋਂ ਘੱਟ ਬੱਚੇ ਆ ਜਿਹੜੇ ਉਮਰ ਦੇ, ਉਹਨਾਂ ਤੋਂ ਬਾਲ ਮਜ਼ਦੂਰੀ ਵਗੈਰਾ ਨਹੀਂ ਕਰਵਾਈ ਜਾਵੇਗੀ, ਠੀਕ ਹੈ ਜੀ। ਇਹ 24 ਦੇ ਵਿੱਚ ਗੱਲ ਕਹੀ ਗਈ ਹੈ। ਅਤੇ ਨਾਲ ਹੀ ਮਤਲਬ ਕਿ ਇਹ ਵੀ ਔਰਤਾਂ ਨੂੰ ਵੀ ਉਹ ਦਿੱਤੀ ਹੋਈ ਹੈ ਵੀ ਔਰਤਾਂ ਜਿਹੜੀਆਂ ਉਹਨਾਂ ਨੂੰ ਰੈਸਟ ਵਗੈਰਾ ਦਿੱਤੀ ਜਾਵੇ, ਹੈ ਨਾ, ਵੀ ਸ਼ੋਸ਼ਣ ਨਹੀਂ ਕਿਸੇ ਦਾ ਕਰਨਾ। ਕਹਿਣ ਦਾ ਮਤਲਬ ਜੇਕਰ ਕਿਸੇ ਮਜ਼ਦੂਰ ਤੋਂ ਮਜ਼ਦੂਰੀ ਵੀ ਕਰਵਾਉਣੀ ਆ ਤਾਂ ਉਹ ਕਾਨੂੰਨ ਦੇ ਅਕੋਰਡਿੰਗ, ਜੇਕਰ ਨਿਯਮਾਂ ਦੇ ਮੁਤਾਬਕ ਜੋ ਕੁਛ ਵੀ ਲਿਖਿਆ ਹੋਇਆ ਗਾ, ਇਹ ਨਹੀਂ ਹੈਗਾ ਵੀ ਜੇਕਰ 8 ਘੰਟੇ ਕੰਮ ਕਰਨਾ ਵੀ ਫਿਰ ਉਹਨੂੰ 12 ਘੰਟੇ ਛੱਡੋ ਹੀ ਨਾ। ਸ਼ੋਸ਼ਣ ਨਹੀਂ ਕਰਨਾ। ਸ਼ੋਸ਼ਣ ਦਾ ਮਤਲਬ ਹੁੰਦਾ ਜਦੋਂ ਅਸੀਂ ਕਿਸੇ ਤੋਂ ਨਜਾਇਜ਼ ਕੰਮ ਲੈ ਰਹੇ ਹਾਂ, ਠੀਕ ਹੈ। ਸ਼ੋਸ਼ਣ ਵਿਰੁੱਧ ਅਧਿਕਾਰ ਆ ਜਿਹੜਾ ਉਹ ਸਾਨੂੰ ਆਰਟੀਕਲ 23 ਅਤੇ 24 ਵਿੱਚ ਮਿਲਦਾ। ਫਿਰ ਰਿਪੀਟ ਕਰ ਲੈਂਦੇ ਹਾਂ। 23 ਦੇ ਵਿੱਚ ਕੀ ਕਿਹਾ? ਕਿਸੇ ਵਿਅਕਤੀ ਨੂੰ ਖਰੀਦਿਆ ਵੇਚਿਆ ਨਹੀਂ ਜਾਵੇਗਾ। 24 ਦੇ ਵਿੱਚ ਕੀ ਕਿਹਾ ਗਿਆ ਹੈਗਾ ਵੀ ਜਿਹੜੇ ਛੋਟੇ ਬੱਚੇ ਨੇ 14 ਸਾਲ ਤੋਂ ਘੱਟ ਉਮਰ ਦੇ, ਜਿਹੜੇ ਕਾਰਖਾਨਿਆਂ 'ਚ ਫੈਕਟਰੀਆਂ ਵਗੈਰਾ 'ਚ ਢਾਬਿਆਂ 'ਤੇ ਕੰਮ ਕਰਦੇ ਆ, ਉਹ ਗੈਰ ਕਾਨੂੰਨੀ ਆ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਆਰਟੀਕਲ ਆਪਣਾ 25 ਤੋਂ 28, ਧਾਰਮਿਕ ਸੁਤੰਤਰਤਾ ਦਾ ਅਧਿਕਾਰ। ਸਾਰੇ ਹੀ ਜਾਣਦੇ ਹੋ, ਬੜਾ ਇੰਪੋਰਟੈਂਟ ਪਾਰਟ ਹੈ ਇਹ। ਇਹਦੇ ਵਿੱਚ ਕੀ ਹੈ? ਧਰਮ ਦੀ ਗੱਲ ਕੀਤੀ ਗਈ ਹੈ। ਸਾਡਾ ਦੇਸ਼ ਆ ਜਿਹੜਾ ਇੱਕ ਧਰਮ ਨਿਰਪੱਖ ਦੇਸ਼ ਆ। ਇਹਦੇ ਵਿੱਚ 25 ਤੋਂ ਆਰਟੀਕਲ 28 ਦੇ ਵਿੱਚ ਸਾਨੂੰ ਮਤਲਬ ਕਿ ਕੀ ਦਿੱਤਾ ਗਿਆ ਹੈਗਾ? ਧਾਰਮਿਕ ਸੁਤੰਤਰਤਾ ਦਾ ਅਧਿਕਾਰ, ਠੀਕ ਹੈ। ਸਰਕਾਰ ਆ ਜਿਹੜਾ ਇੱਥੋਂ ਦਾ ਸੰਵਿਧਾਨ ਆ, ਸਾਡਾ ਦੇਸ਼ ਆ, ਅਸੀਂ ਕਿਸੇ ਵੀ ਧਰਮ ਨੂੰ ਮਾਨਤਾ ਨਹੀਂ ਦਿੱਤੀ, ਕੋਈ ਸਾਡਾ ਰਾਸ਼ਟਰੀ ਧਰਮ ਨਹੀਂ ਹੈਗਾ। ਆਰਟੀਕਲ 25 ਦੇ ਅੰਡਰ ਹਰੇਕ ਵਿਅਕਤੀ ਨੂੰ ਆਗਿਆ ਹੈਗੀ ਕਿ ਉਹ ਕਿਸੇ ਵੀ ਮਰਜ਼ੀ ਧਰਮ ਨੂੰ ਅਪਣਾ ਸਕਦਾ, ਛੱਡ ਸਕਦਾ। ਇਹ ਨਹੀਂ ਹੈਗਾ ਗਾ ਵੀ ਜਿਹੜੇ ਧਰਮ 'ਚ ਅਸੀਂ ਜਨਮ ਲਿਆ ਉਸੇ ਧਰਮ 'ਚ ਰਵਾਂਗੇ, ਨਹੀਂ, ਠੀਕ ਹੈ। ਬੜੀਆਂ ਉਦਾਹਰਨਾਂ ਨੇ ਸਾਡੇ ਦੇਸ਼ ਦੇ ਵਿੱਚ, ਅਸੀਂ ਕਿਸੇ ਵੀ ਧਰਮ ਨੂੰ ਅਪਣਾ ਸਕਦੇ ਹਾਂ, ਛੱਡ ਸਕਦੇ ਹਾਂ, ਕੋਈ ਸਾਡੇ 'ਤੇ ਇਹ ਬੰਦਿਸ਼ ਨਹੀਂ ਹੈਗੀ। ਆਰਟੀਕਲ 25 ਦੇ ਮੁਤਾਬਕ ਗੱਲ ਕਹੀ ਗਈ ਹੈ ਇਹ। 26 ਦੇ ਵਿੱਚ ਕੀ ਹੈ? ਧਾਰਮਿਕ ਸੰਸਥਾਵਾਂ ਬਣਾ ਸਕਦੇ ਹਾਂ। ਹਰੇਕ ਵਿਅਕਤੀ ਨੂੰ ਜਿਹੜੇ ਧਰਮ ਨਾਲ ਸੰਬੰਧਿਤ ਆ, ਜਿਹੜੀ ਉਹ ਕਮਿਊਨਿਟੀ ਆ, ਉਹ ਆਪਣੇ ਧਰਮ ਦਾ ਵਿਕਾਸ ਕਰਨ ਦੇ ਵਾਸਤੇ ਸੰਸਥਾਵਾਂ ਬਣਾ ਸਕਦੇ ਨੇ, ਠੀਕ ਹੈ। ਜਿਵੇਂ ਅਸੀਂ ਸਿੱਖ ਧਰਮ ਦੇ ਨਾਲ ਰਿਲੇਟਣਾਂਗੇ ਅਤੇ ਅਸੀਂ ਗੁਰੂ ਘਰ ਵਗੈਰਾ ਗੁਰਦੁਆਰਾ ਸਾਹਿਬ ਬਣਾ ਸਕਦੇ ਹਾਂ। ਜਿਹੜੇ ਹਿੰਦੂ ਕਮਿਊਨਿਟੀ ਦੇ ਵੀਰ ਨੇ ਉਹ ਆਪਣੇ ਮੰਦਰ ਵਗੈਰਾ ਬਣਾ ਸਕਦੇ ਨੇ। ਜੇ ਮੁਸਲਿਮ ਕਮਿਊਨਿਟੀ ਦੇ ਨੇ ਤਾਂ ਉਹ ਮਸਜਿਦ ਵਗੈਰਾ ਬਣਾ ਸਕਦੇ ਨੇ। ਮਤਲਬ ਕਿ ਇਹਨਾਂ ਚੀਜ਼ਾਂ ਦੀ ਕੋਈ ਰੋਕ ਨਹੀਂ ਹੈਗੀ। ਆਰਟੀਕਲ 26 ਦੇ ਵਿੱਚ ਧਾਰਮਿਕ ਸੰਸਥਾਵਾਂ ਬਣਾ ਸਕਦੇ ਹਾਂ। ਆਰਟੀਕਲ 27 ਆਰਟੀਕਲ 27 ਕੀ ਕਹਿੰਦਾ ਗਾ? ਉਹਦੇ ਵਿੱਚ ਇਹ ਗੱਲ ਲਿਖੀ ਗਈ ਆ ਕਿ ਧਾਰਮਿਕ ਟੈਕਸ ਦੇਣ ਦੀ ਮਨਾਹੀ ਕੀਤੀ ਗਈ ਹੈ, ਵੀ ਧਰਮ ਦੇ ਉੱਪਰ ਜਿਹੜੇ ਟੈਕਸ ਆ ਉਹ ਨਹੀਂ ਲਗਾਏ ਜਾਣਗੇ। ਆਰਟੀਕਲ 28 ਦੇ ਵਿੱਚ ਕੀ ਕਿਹਾ ਗਿਆ? ਇਹਦੇ ਵਿੱਚ ਇਹ ਗੱਲ ਕਹੀ ਗਈ ਆ ਵੀ ਸਕੂਲਾਂ ਦੇ ਵਿੱਚ ਕਿਸੇ ਵੀ ਵਿਸ਼ੇਸ਼ ਧਰਮ ਦੀ ਸਿੱਖਿਆ ਵਗੈਰਾ ਜਿਹੜੀ ਉਹ ਨਹੀਂ ਦਿੱਤੀ ਜਾਵੇਗੀ, ਠੀਕ ਹੈ ਜੀ। ਧਾਰਮਿਕ ਸੁਤੰਤਰਤਾ ਦੀ ਗੱਲ ਕਰੀਏ ਅਸੀਂ, ਉਹ ਕਿੱਥੇ ਸੀ? 25 ਤੋਂ 28 ਦੇ ਵਿੱਚ। ਜੇਕਰ ਪੁੱਛਿਆ ਜਾਂਦਾ ਤਾਂ 25 ਤੋਂ 28 ਵਿੱਚ ਕਿਹੜਾ ਧਰਮ ਆ? ਅਸੀਂ ਕਹਾਂਗੇ ਧਾਰਮਿਕ ਸੁਤੰਤਰਤਾ ਆਹ ਵਾਲੀ, ਠੀਕ ਹੈ ਜੀ। 25 ਤੋਂ 28 ਦੇ ਵਿੱਚ ਆਉਂਦੀ ਹੈ ਇਹ। ਨੈਕਸਟ ਦੇਖਦੇ ਹਾਂ ਅਸੀਂ। ਨੈਕਸਟ ਸਾਡੇ ਕੋਲ ਆ ਜਾਂਦਾ ਸੱਭਿਆਚਾਰ ਅਤੇ ਸਿੱਖਿਆ ਦਾ ਅਧਿਕਾਰ, ਆਰਟੀਕਲ 29 ਤੋਂ 30 ਦੇ ਵਿੱਚ। ਹੁਣ ਆਰਟੀਕਲ 29 ਤੋਂ 30 ਆ ਜਿਹੜਾ, ਇਹਦੇ ਵਿੱਚ ਕੀ ਆ? ਮਤਲਬ ਕਿ ਜਿਹੜੇ ਘੱਟ ਗਿਣਤੀ ਦੇ ਲੋਕ ਨੇ, ਜਿਹੜੇ ਘੱਟ ਕਮਿਊਨਿਟੀ ਨਾਲ ਸੰਬੰਧਿਤ ਨੇ, ਉਹਨਾਂ ਲੋਕਾਂ ਨੂੰ ਆਪਣਾ ਉਹ ਕਲਚਰ ਸੰਭਾਲ ਸਕਦੇ ਨੇ। ਸੰਭਾਲਣ ਦੇ ਵਾਸਤੇ ਆਪਣੇ ਸੱਭਿਆਚਾਰ ਦੇ ਵਿੱਚ ਮਤਲਬ ਕਿ ਉਹਨੂੰ ਸੁਰੱਖਿਅਤ ਰੱਖ ਸਕਦੇ ਆ, ਉਹ ਆਪਣੀ ਸਿੱਖਿਆ ਨੂੰ ਸੁਰੱਖਿਅਤ ਰੱਖ ਸਕਦੇ ਨੇ, ਠੀਕ ਹੈ। ਜਿਹੜੇ ਘੱਟ ਗਿਣਤੀਆਂ ਨਾਲ ਸੰਬੰਧਿਤ ਲੋਕ ਨੇ, ਜਿਵੇਂ ਸਿੱਖ ਹੋ ਗਏ ਨੇ, ਜਿਹੜੀਆਂ ਘੱਟ ਗਿਣਤੀਆਂ ਨੇ, ਸਾਡੇ ਮੁਸਲਿਮ ਹੋ ਗਏ ਨੇ, ਬੋਧੀ ਜੈਨੀ, ਜਿਹੜੇ ਘੱਟ ਗਿਣਤੀ ਦੇ ਵਿੱਚ ਆਉਂਦੇ ਨੇ, ਠੀਕ ਹੈ, ਉਹ ਮਤਲਬ ਕਿ ਸਿੱਖਿਅਕ ਸੰਸਥਾਵਾਂ ਦੇ ਵਿੱਚ ਸਿੱਖਿਆ ਦੀ ਉਹ ਵੀ ਕਰ ਸਕਦੇ ਨੇ। ਹੁਣ ਜਿਵੇਂ ਆਪਾਂ ਉੱਪਰ ਪੜ੍ਹ ਕੇ ਆਏ ਹਾਂ, ਯਾਦ ਰੱਖਣਾ ਤੁਸੀਂ ਵੀ, ਜਿਵੇਂ ਧਾਰਮਿਕ ਸੁਤੰਤਰਤਾ ਦੇ ਵਿੱਚ ਪੜ੍ਹਿਆ ਆਪਾਂ ਵੀ ਸਕੂਲਾਂ ਵਿੱਚ ਸਿੱਖਿਆ ਨਹੀਂ ਦਿੱਤੀ ਜਾਵੇਗੀ, ਪਰ ਨਾਲ ਹੀ ਸਾਡੇ ਸੰਵਿਧਾਨ ਦੇ ਵਿੱਚ ਇਹ ਵੀ ਤਾਂ ਹੈਗਾ ਨਾ ਵੀ ਜੇਕਰ ਕੋਈ ਵਰਗ ਨੀਵਾਂ ਗਾ, ਉਹਨੂੰ ਬਰਾਬਰ ਲਿਆਉਣ ਦੇ ਵਾਸਤੇ ਉਹਨਾਂ ਨੂੰ ਵਿਸ਼ੇਸ਼ ਸਹੂਲਤਾਂ ਵੀ ਦਿੱਤੀਆਂ ਜਾ ਸਕਦੀਆਂ ਨੇ। ਇਸੇ ਤਰ੍ਹਾਂ ਜੇਕਰ ਘੱਟ ਗਿਣਤੀਆਂ ਨਾਲ ਸੰਬੰਧਿਤ ਲੋਕ ਨੇ ਜਿਹੜੇ, ਉਹ ਸੰਸਥਾਵਾਂ 'ਚ ਧਾਰਮਿਕ ਸਿੱਖਿਆ ਨੂੰ ਪ੍ਰਫੁੱਲਿਤ ਕਰ ਸਕਦੇ ਨੇ, ਠੀਕ ਹੈ ਜੀ। ਇਹ 29 ਤੇ 30 ਹੈ ਜਿਹੜਾ ਸੱਭਿਆਚਾਰ ਸਿੱਖਿਆ ਦੇ ਨਾਲ ਰਿਲੇਟਡ ਆ, ਜਿਹੜੇ ਘੱਟ ਗਿਣਤੀਆਂ ਵਾਲੇ ਲੋਕ ਨੇ ਉਹਨਾਂ ਦੀ ਰੱਖਿਆ ਕਰਦਾ ਗਾ। ਉਸ ਤੋਂ ਬਾਅਦ ਆਰਟੀਕਲ ਸਾਡੇ ਕੋਲ ਜਿਹੜਾ 31 ਸੀਗਾ, ਠੀਕ ਹੈ, 29 ਤੋਂ 30 ਪੜ੍ਹ ਚੁੱਕੇ ਹਾਂ। ਜਿਹੜਾ ਆਰਟੀਕਲ ਸਾਡੇ ਕੋਲ ਆਰਟੀਕਲ 31 ਇਹ ਸੰਪਤੀ ਦਾ ਅਧਿਕਾਰ ਸੀਗਾ, ਠੀਕ ਹੈ ਜੀ, ਜਿਹੜਾ ਹੁਣ ਮਤਲਬ ਕਿ ਕੱਢ ਦਿੱਤਾ ਗਿਆ ਗਾ ਸੰਵਿਧਾਨ 'ਚੋਂ। ਹੁਣ ਸੰਵਿਧਾਨ ਦੇ ਕਿਹੜੇ ਭਾਗ ਦੇ ਵਿੱਚ ਸ਼ਾਮਲ ਹੈ ਇਹ? ਸੰਵਿਧਾਨ ਦਾ ਭਾਗ ਕਿਹੜਾ ਗਾ? 300A, ਉਹਦੇ ਵਿੱਚ ਸ਼ਾਮਲ ਕੀਤਾ ਗਿਆ। ਹੁਣ ਇਹ ਸਾਡਾ ਮਤਲਬ ਕਿ ਕਿਹੜਾ ਅਧਿਕਾਰ ਬਣ ਗਿਆ? ਕਾਨੂੰਨੀ ਅਧਿਕਾਰ ਆ ਹੁਣ ਇਹ ਯਾਦ ਰੱਖਣਾ ਗਾ, ਠੀਕ ਹੈ ਜੀ।
ਭਾਗ 12 ਦੇ ਵਿੱਚ ਆ, ਆਰਟੀਕਲ 300A ਦੇ ਅੰਡਰ। ਅਤੇ ਇਹਦੇ ਵਿੱਚ ਹੁਣ ਅਸੀਂ ਇਹਨੂੰ ਨਹੀਂ ਪੜ੍ਹਾਂਗੇ, ਠੀਕ ਹੈ, ਕਿਉਂਕਿ ਇਹ ਸੰਵਿਧਾਨ ਦੇ ਵਿੱਚੋਂ ਕੀ ਹੋ ਚੁੱਕਿਆ, ਡਿਲੀਟ ਹੋ ਚੁੱਕਿਆ ਹੈਗਾ। ਅਤੇ ਨੈਕਸਟ ਅਸੀਂ ਗੱਲ ਕਰ ਦਿੰਦੇ ਹੈਗੇ ਹੁਣ ਆਰਟੀਕਲ 32 ਸੰਵਿਧਾਨਕ ਉਪਚਾਰਾਂ ਦਾ ਅਧਿਕਾਰ, ਵੈਰੀ ਇੰਪੋਰਟੈਂਟ। ਦਿਲ ਅਤੇ ਆਤਮਾ ਕਹਿੰਦੇ ਨੇ ਡਾਕਟਰ ਭੀਮ ਰਾਓ ਅੰਬੇਦਕਰ ਜੀ। ਉਹ ਕਹਿੰਦੇ ਨੇ ਜਿਹੜਾ ਆਰਟੀਕਲ 32 ਆ, ਇਹਦੇ ਬਿਨਾਂ ਦੂਜੇ ਅਧਿਕਾਰ ਆ ਜਿਹੜੇ ਉਹਨਾਂ ਦੀ ਕੋਈ ਕੀਮਤ ਨਹੀਂ ਰਹਿ ਜਾਂਦੀ। ਇਹਦੇ ਬਿਨਾਂ ਦੂਜੇ ਅਧਿਕਾਰਾਂ ਦੀ ਕੋਈ ਕੀਮਤ ਨਹੀਂ ਰਹਿ ਜਾਂਦੀ। ਹੁਣ ਇਹਦੇ ਵਿੱਚ ਹੈ ਕੀ, ਦੇਖੋ ਅਸੀਂ ਆਪਣੇ ਅਧਿਕਾਰਾਂ ਦੀ ਰੱਖਿਆ ਅਦਾਲਤਾਂ ਰਾਹੀਂ ਕਰ ਸਕਦੇ ਹਾਂ, ਅਦਾਲਤਾਂ ਦਾ ਕੁੰਡਾ ਖੁਲਾ ਸਕਦੇ ਹਾਂ। ਹੁਣ ਅਦਾਲਤਾਂ ਦਾ ਕੁੰਡਾ ਕਿਵੇਂ ਖੁਲਾਵਾਂਗੇ, ਜੇਕਰ ਸਾਡੇ ਕੋਲ ਆਹ ਅਧਿਕਾਰ ਆ। ਇਹ ਮੰਨ ਲਓ ਵੀ ਆਪਣੇ ਅਧਿਕਾਰਾਂ ਦੀ ਰੱਖਿਆ ਦੇ ਵਾਸਤੇ ਅਦਾਲਤਾਂ ਦੇ ਵਿੱਚ ਜਾਣ ਦੀ ਟਿਕਟ ਆ ਜਿਹੜੀ, ਉਹ ਕੀ ਆ, ਆਰਟੀਕਲ 32, ਠੀਕ ਆ। ਆਰਟੀਕਲ 32 ਦੀ ਅਸੀਂ ਵਰਤੋਂ ਕਰਕੇ ਆਪਣੇ ਅਧਿਕਾਰਾਂ ਦੀ ਰੱਖਿਆ ਜਿਹੜੀ ਉਹ ਕਰ ਸਕਦੇ ਹਾਂ, ਠੀਕ ਆ। ਜੇਕਰ ਕਿਸੇ ਵਿਅਕਤੀ ਦੇ ਅਧਿਕਾਰਾਂ ਦੀ ਉਲੰਘਣਾ ਹੁੰਦੀ ਆ ਤਾਂ ਅਸੀਂ ਸੁਪਰੀਮ ਕੋਰਟ ਅਤੇ ਹਾਈ ਕੋਰਟ, ਠੀਕ ਹੈ ਜੀ। ਸੁਪਰੀਮ ਕੋਰਟ ਦੇ ਵਿੱਚ ਆਰਟੀਕਲ 32 ਅਤੇ 226 ਆ ਜਿਹੜਾ ਆਰਟੀਕਲ, ਉਹਦੇ ਅੰਡਰ ਮਤਲਬ ਕਿ ਹਾਈ ਕੋਰਟ, ਇਹਨਾਂ ਦੇ ਵਿੱਚ ਆਪਣੀ ਮਤਲਬ ਕਿ ਰਿਟ ਵਗੈਰਾ ਦਾਇਰ ਕਰਕੇ ਆਪਣੇ ਅਧਿਕਾਰਾਂ ਦੀ ਰੱਖਿਆ ਜਿਹੜੀ ਉਹ ਕਰਵਾ ਸਕਦੇ ਹੈਗੇ। ਇਹਨਾਂ ਗੱਲਾਂ ਦਾ ਪਤਾ ਹੋਣਾ ਸਾਨੂੰ ਜ਼ਰੂਰੀ ਹੈ, ਠੀਕ ਹੈ ਜੀ, ਕਿਉਂਕਿ ਅਸੀਂ ਟੀਚਰ ਆ ਜਿਹੜੇ ਉਹ ਬਣਨਾ ਗਾ। ਅਤੇ ਬਾਕੀ ਤੁਸੀਂ ਸਮਝਦਾਰ ਹੋ ਸਾਰੇ, ਮਿਹਨਤ ਜ਼ਰੂਰੀ ਹੈ। ਅਤੇ ਜੇਕਰ ਕਲਾਸ ਵਧੀਆ ਲੱਗੀ, ਕੁਝ ਨਵਾਂ ਸਿੱਖਣ ਨੂੰ ਮਿਲਿਆ ਤਾਂ ਪਲੀਜ਼ ਜ਼ਰੂਰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਿਓ, ਸਬਸਕ੍ਰਾਈਬ ਜ਼ਰੂਰ ਕਰਿਓ ਵੱਧ ਤੋਂ ਵੱਧ ਪਲੀਜ਼। ਜਿੱਥੇ ਜਿੱਥੇ ਵੀ ਜਿਹੜੇ ਸਾਥੀ BA ਟੈਟ ਪਾਸ ਨੇ, ਮਾਸਟਰ ਕੇਡਰ SST ਦੀ ਤਿਆਰੀ ਕਰ ਰਹੇ ਆ, ਜਿਹੜੇ ਗਰੁੱਪਾਂ ਦੇ ਵਿੱਚ ਤਿਆਰੀ ਕਰ ਰਹੇ ਨੇ ਉਹ, ਅਤੇ ਪਲੀਜ਼ ਇਸ ਵੀਡੀਓ ਨੂੰ ਉਹਨਾਂ 'ਚ ਗਰੁੱਪ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ। ਵੱਧ ਤੋਂ ਵੱਧ ਸਬਸਕ੍ਰਾਈਬ ਕਰਵਾਉਣ ਦੀ ਹੈ ਨਾ ਉਹ ਕਰਿਓ। ਅਤੇ ਵਾਹਿਗੁਰੂ ਕਿਰਪਾ ਕਰੇ ਤੁਹਾਡੇ 'ਤੇ, ਤੁਹਾਡੀ ਮਿਹਨਤ ਜਿਹੜੀ ਉਹ ਰੰਗ ਲੈ ਕੇ ਆਵੇ, ਅਤੇ ਆਪਣੀਆਂ ਪੋਸਟਾਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਵੀ ਵਾਧਾ ਹੋਵੇ ਜਲਦੀ। ਅਤੇ ਸਾਡਾ ਐਗਜ਼ਾਮ ਆ ਜਿਹੜਾ ਉਹ ਵੀ ਛੇਤੀ ਹੀ ਉਹ ਹੋ ਜਾਵੇ, ਹੈ ਨਾ, ਚਾਂਸ ਲੱਗ ਰਹੇ ਨੇ ਹੁਣ। ਅਤੇ ਤਿਆਰੀ ਆਪਣੀ ਦੱਬ ਕੇ ਰੱਖੋ। ਸੋ ਫਿਰ ਮਿਲਦੇ ਹਾਂ ਇੱਕ ਨਵੀਂ ਕਲਾਸ ਦੇ ਰਾਹੀਂ, ਫਿਰ ਕੋਈ ਨਵਾਂ ਟੌਪਿਕ ਲੈ ਕੇ, ਠੀਕ ਹੈ ਜੀ। ਫਿਰ ਵੀ ਕਿਤੇ ਨਾ ਕਿਤੇ ਜੇਕਰ ਕੋਈ ਹੋਰ ਸੁਧਾਰ ਦੀ ਲੋੜ ਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ। ਫਿਰ ਅਗਲੀ ਕਲਾਸ ਦੇ ਵਿੱਚ ਫਿਰ ਮਿਲਦੇ ਹਾਂ। ਤਦ ਤੱਕ ਲਈ ਦਿਓ ਇਜਾਜ਼ਤ। ਬਹੁਤ ਬਹੁਤ ਮਿਹਰਬਾਨੀ।